ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਰੰਧਾਵਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮਨਪ੍ਰੀਤ ਜੀ, ਪੰਜਾਬ ਦੀ ਰਾਜਨੀਤੀ ਬੜੇ ਸੰਕਟਮਈ ਦੌਰ 'ਚ ਹੈ ਔਰ ਸਾਰੀਆਂ ਸਿਆਸੀ ਪਾਰਟੀਆਂ ਲਈ ਸੰਕਟ ਹੈ, ਕੋਈ ਇੱਕ ਵੀ ਨਹੀਂ ਬਚੀ। ਸੱਤਾਧਾਰੀਆਂ ਲਈ ਬਹੁਤ ਮੁਸ਼ਕਲ ਹੋ ਗਿਆ ਆਪਣੀ ਉਸ ਗੱਲ ਤੇ ਪਹਿਰਾ ਦੇਣਾ ਜਿਹਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਸੀ ਕਿ ਇਹ ਕੱਖ ਨਹੀਂ ਕਰ ਸਕਦੇ। ਜਦੋਂ ਫਰੀਦਕੋਟ ਦੀ ਅਦਾਲਤ ਵਿੱਚ ਬੇਅਦਬੀ ਮਾਮਲੇ ਐਡਰੈਸ ਹੁੰਦੇ ਆ ਤਾਂ ਉਦੋਂ ਨਾਲ ਦੀ ਨਾਲ ਹੀ ਅਗਲੀ ਸਰਕਾਰ ਤੱਕ ਦੀ ਤਰੀਕ ਮੰਗ ਲਈ ਜਾਂਦੀ ਹੈ, ਕਿਉਂਕਿ ਸੁਮੇਧ ਸੈਣੀ ਦੀ ਬਲੈਂਕਟ ਬੇਲ ਦਾ ਜ਼ਿਕਰ ਹੁੰਦਾ। ਕੱਲ ਸਿੱਧੂ ਨੇ ਵੀ ਕਿਹਾ ਸੀ ਉਹਦੇ ਖਿਲਾਫ ਤੁਸੀਂ ਮਾਣਯੋਗ ਸੁਪਰੀਮ ਕੋਰਟ 'ਚ ਕਿਉਂ ਨਹੀਂ ਗਏ। ਮੈਂ ਦੋਸਤਾਂ ਨੂੰ ਦੱਸ ਦਿਆਂ ਕਿ ਅਜੇ ਜਿਹੜੀ ਖਬਰ ਪ੍ਰਕਾਸ਼ਿਤ ਨਹੀਂ ਹੋਈ, ਕਿਧਰੇ ਜਾਣਕਾਰੀ ਨਸ਼ਰ ਨਹੀਂ ਹੋਈ, ਉਹ ਮਨਪ੍ਰੀਤ ਰੰਧਾਵਾ ਕੋਲ ਜਾਣਕਾਰੀ ਹੈ ਬਹੁਤ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਤੋਂ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕੇਸ ਦਾਇਰ ਕੀਤਾ ਹੈ ਔਰ ਉਹਦੇ ਵਿੱਚ ਸੁਣਵਾਈ ਵੀ ਹੋਈ ਹੈ ਔਰ ਉਹਦੇ ਲਈ ਅੱਗੇ ਗੱਲ ਵੱਧ ਚੁੱਕੀ ਹੈ। ਬਲੈਂਕਟ ਬੇਲ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਸੀਨੀਅਰ ਵਕੀਲਾਂ ਨਾਲ ਚਾਰਜੋਈ ਕਰ ਚੁੱਕੀ ਹੈ। ਇਹਦੇ ਤੇ ਜ਼ਿਆਦਾ ਜਾਣਕਾਰੀ ਜਿਹੜੀ ਮਨਪ੍ਰੀਤ ਜੀ ਕੋਲੋਂ ਦੇਣਗੇ। ਲੇਕਿਨ ਦੂਜਾ ਸਵਾਲ ਆ ਕਿ ਪੰਜਾਬੀ ਦਾ ਉਹ ਲੋਕ ਗੀਤ ਜਾਂ ਬੋਲੀ ਆ ਜਾਂ ਗੀਤ ਹੈ ਕਿ ਜਿੰਦ ਕੱਲੀ ਤੇ ਮਲਾਜੇਦਾਰ ਬਾਲੇ ਮੈਂ ਕਿਹਦਾ ਮਾਣ ਰੱਖ ਲਾਂ। ਸਿੱਧੂ ਲਈ ਸੰਕਟ ਉਦਾਂ ਦੇ ਬਣ ਗਿਆ, ਲੇਕਿਨ ਇਹ ਸੰਕਟ ਸੁਖਬੀਰ ਸਿੰਘ ਬਾਦਲ ਲਈ ਵੀ ਕੋਈ ਘੱਟ ਨਹੀਂ। ਇੱਕ ਪੁਰਾਣੇ ਟਕਸਾਲੀ ਨੇ ਮੈਨੂੰ ਬੋਲੀ ਜੀ ਮਾਰੀ, ਆਖੇ ਧਰਮ ਯੁੱਧ ਮੋਰਚਿਆਂ ਦਾ ਸੁਣਦੇ ਹੁੰਦੇ ਹਾਂ, ਇਹਨਾਂ ਮੋਰਚਿਆਂ ਨੂੰ ਕਿਹੜਾ ਨਾਂ ਦਿਓਗੇ ਜਿਹੜਾ ਅੱਜ ਚੰਨੀ ਦੇ ਦਰਵਾਜ਼ੇ ਤੇ ਦਿੱਤਾ ਜਾਣਾ। ਤੇ ਮੈਂ ਸਮਝਦਾ ਕਿ ਇਹ ਲੋਕਤੰਤਰ ਦਾ ਹੱਕ ਹੈ, ਜਿਹੜਾ ਵੀ ਆਪਣੇ ਸਮਰਥਕਾਂ ਨਾਲ ਜਾ ਕੇ ਕਿਸੇ ਵੀ ਰੂਪ 'ਚ ਹੱਕ ਕਹਿੰਦਾ ਹੈ ਕਿ ਮੇਰੇ ਹੱਕ ਤੇ ਡਾਕਾ ਹੈ। ਹੱਕ ਤੇ ਆਮ ਬੰਦੇ ਤੇ ਬਹੁਤ ਡਾਕਾ ਵੱਜਦਾ ਰਿਹਾ, ਅਜੇ ਤੱਕ ਕਿਸੇ ਨੇ ਪੁੱਛਿਆ ਨਹੀਂ। ਪੁੱਛ ਲਓ ਜਾ ਕੇ ਉਹਨਾਂ ਨੂੰ। ਕੱਲ ਜਿਹੜੇ ਮੰਤਰੀਆਂ ਦਾ ਘਰਾਓ ਤੇ ਵਿਰੋਧ ਕਰਨ ਗਏ ਸੀ, ਉਹਨਾਂ ਨੂੰ ਕਹਿੰਦੇ ਕਰ ਲਾ ਜੋ ਤੂੰ ਕਰਨਾ। ਇਹ ਗੱਲ ਵੀ ਅਜੇ ਸੀਨਿਆਂ ਦੇ ਵਿੱਚ ਦਫਨ ਹੈ। ਲੋਕ ਬਖਸ਼ਦੇ ਨਹੀਂ ਹੁੰਦੇ ਮਨਪ੍ਰੀਤ ਜੀ। ਔਰ ਜਿਹੜੇ ਵਜ਼ੀਰ ਬਣੇ ਨੇ ਉਹ ਵੀ ਕੀ ਕਰਨ ਜੇ ਤੁਸੀਂ ਸੜਕਾਂ ਤੇ ਚੱਲਣ ਹੀ ਨਹੀਂ ਦਿਓਗੇ ਤੇ ਫਿਰ ਨਾਲ ਘੂਕਦੀਆਂ 10-10 ਗੱਡੀਆਂ ਕਿਹੜੇ ਖੂਹ ਖਾਤੇ 'ਚ ਪੈਣਗੀਆਂ। ਉਹ ਭਾਈ 2 ਮਹੀਨੇ ਮਿਲੇ ਆ, ਸਵਾਦ ਤਾਂ ਚੱਜ ਨਾਲ ਲੈਣ ਦਿਓ। ਖੈਰ ਲੋਕ ਕਹਿੰਦੇ ਹੁੰਦੇ ਸਵਾਦ ਕਿਰਕਰਾ ਕਰ ਹੀ ਦੇਈਦਾ, ਲੇਕਿਨ ਜੇਕਰ ਤੁਸੀਂ SIT ਨੂੰ ਇਹ ਕਹੋਗੇ ਕਿ ਤੁਸੀਂ 6 ਮਹੀਨੇ 'ਚ ਜਾਂਚ ਪੂਰੀ ਨਹੀਂ ਕੀਤੀ, ਉਹ ਕਹਿੰਦੇ ਸਾਨੂੰ ਸਹਿਯੋਗ ਨਹੀਂ ਕਰਦੇ। ਉਹਨੇ ਕਹਿ ਦਿੱਤਾ ਸਨਾਰੀਆ ਜੇਲ੍ਹ 'ਚ ਸਾਧ ਨੇ ਵੀ ਮੈਂ ਤਾਂ ਹੈ ਨਹੀਂ ਸੀ, ਫਿਰ ਕਹਿੰਦੇ ਪ੍ਰਬੰਧਕ ਪੁੱਛ ਲਓ, ਕਿਤੇ ਉਹਨਾਂ ਦੀ ਸ਼ਮੂਲੀਅਤ ਨਾ ਹੋਵੇ। ਤੇ ਪ੍ਰਬੰਧਕ ਜਿਹੜੇ ਆ ਉਹ ਟਾਲਾ ਮਾਰ ਗਏ। ਗੱਲ ਟਲਦੀ ਨਜ਼ਰ ਆਉਂਦੀ ਆ। ਮਨਪ੍ਰੀਤ ਜੀ ਇੱਕ ਹੋਰ ਅਹਿਮ ਸਵਾਲ ਆ ਕਿ ਪੰਜਾਬ ਦੀ ਰਾਜਨੀਤੀ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ, BJP, ਜਿਹੜੀ ਆਮ ਆਦਮੀ ਪਾਰਟੀ ਆ ਔਰ ਇਹ ਦੋਵੇਂ ਧਿਰਾਂ ਚੰਨੀ ਹੋਈ ਤੇ ਸੁਖਬੀਰ ਕੇ, ਇਹ ਹੁਣ ਸਾਰੇ ਹੀ ਪੰਗੇ 'ਚ ਸੰਕਟ ਵਿੱਚ ਹੈ ਤੇ ਤਸਵੀਰ ਧੁੰਦਲੀ ਬਣਦੀ ਹੈ। ਉਹ ਕਿਸ ਪਾਸੇ ਜਾਊਗੀ ਇੱਥੇ ਅੱਗੇ ਜਾ ਕੇ ਲਾਸਟ 'ਚ ਗੱਲ ਕਰਾਂਗੇ। ਪਹਿਲਾਂ ਮੈਨੂੰ ਉਹ ਜਾਣਕਾਰੀ ਦਿਓ ਜਿਹੜੀ ਤੁਹਾਡੇ ਕੋਲ ਪੁਖਤਗੀ ਨਾਲ ਆਈ ਆ ਕਿ ਮਾਣਯੋਗ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਨੇ ਤਰਲਾ ਲੈ ਲਿਆ ਕਿ ਆਹ ਬਲੈਂਕਟ ਬਿੱਲ ਸਾਡੇ ਗਲੋਂ ਲਵਾਓ, ਸਾਨੂੰ ਅਗਲੀ ਇਲੈਕਸ਼ਨ ਦੀਆਂ ਪੌੜੀਆਂ ਚੜ੍ਹਨਾ ਹੈ ਵਿਧਾਨ ਸਭਾ ਜਾਣ ਲਈ। ਕੀ ਕਹਿੰਦੇ ਹੋ? ਰੰਧਾਵਾ ਜੀ, ਤੁਸੀਂ ਦੇਖੋ ਸੁਮੇਧ ਸਿੰਘ ਸੈਣੀ ਹੋਣਾ ਤੇ ਜਿਹੜੇ ਸਾਬਕਾ DGP ਪੰਜਾਬ ਦੇ ਰਹੇ ਆ, ਇਹਨਾਂ ਦੇ ਤਮਾਮ ਤਰ੍ਹਾਂ ਤੇ ਇਹਨਾਂ ਤੇ ਕੇਸ ਚੱਲਦੇ ਆ ਰਹੇ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ, ਚਾਹੇ ਬੇਅਦਬੀ ਦੇ ਹੋਣ, ਚਾਹੇ ਗੋਲੀ ਕਾਂਡ ਦੇ ਹੋਣ, ਤੇ ਚਾਹੇ ਉਹਨਾਂ ਤੇ ਜਿਹੜੇ ਪੁਰਾਣੇ ਕੇਸ ਆ ਕੋਈ ਕਤਲ ਦੇ, ਉਹ ਵੀ ਚੱਲ ਰਹੇ ਆ। ਉਹ ਤਾਂ ਚੱਲ ਹੀ ਰਹੇ ਸੀ। ਸਨ 2020 ਦੇ ਵਿੱਚ ਤੇ ਫਿਰ ਸਨ 2021 ਦੇ ਵਿੱਚ ਵਿਜੀਲੈਂਸ ਜਿਹੜਾ ਚੌਕਸੀ ਵਿਭਾਗ ਆ, ਉਹ 2 ਕੇਸ ਦਰਜ ਕਰਦਾ ਇਹਨਾਂ ਤੇ। 2020 ਦੇ ਵਿੱਚ ਜਿਹਨੂੰ FIR 11 ਨੰਬਰ ਵੀ ਕਿਹਾ ਜਾਂਦਾ, ਉਹ ਦਰਅਸਲ ਇਹ ਹੁੰਦਾ ਕਿ ਕੁਝ ਪ੍ਰਾਪਰਟੀਆਂ ਦੀ ਇਨਵੈਸਟੀਗੇਸ਼ਨ, ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਆ ਕਿ ਕੁਝ ਪ੍ਰਾਪਰਟੀ ਦੀ ਜਿਹੜੀ ਆ ਉਹ ਅਦਲਾ ਬਦਲੀ ਹੋ ਰਹੀ ਆ, ਹੇਰ ਫੇਰ ਹੋ ਰਿਹਾ, ਤੇ ਉਹਨਾਂ ਦੇ ਵਿੱਚ WWICS ਵਾਲੇ ਅਧਿਕਾਰੀ ਇਹਨਾਂ ਦੇ ਨਾਂ ਆਉਂਦੇ ਆ। ਇਹਨਾਂ ਦੇ ਜਦੋਂ ਨਾਂ ਆਉਂਦੇ ਆ ਤੇ ਹੋਰ ਵੀ ਬਥੇਰੇ ਨਾਂ ਆਉਂਦੇ ਆ, ਤੇ ਜਦੋਂ ਪਾਇਆ ਜਾਂਦਾ ਕਿ ਇਹਦੇ ਕਿਤੇ ਨਾ ਕਿਤੇ ਤਾਰ ਜਾ ਕੇ ਸੁਮੇਧ ਸਿੰਘ ਸੈਣੀ ਹੋਣਾ ਨਾਲ ਜੁੜਦੇ ਆ। ਖੈਰ ਉਹ ਇਨਵੈਸਟੀਗੇਸ਼ਨ ਚੱਲ ਰਹੀ ਸੀ। ਇਸ ਦੌਰਾਨ ਸਨ 2020 ਦੇ ਵਿੱਚ 21 ਦੇ ਵਿੱਚ ਇੱਕ ਹੋਰ FIR ਦਰਜ ਹੁੰਦੀ ਆ। ਉਹ ਜਿਹੜੀ ਹੁੰਦੀ ਆ ਡਿਸਪ੍ਰਪੋਰਸ਼ਨੇਟ ਐਸੈਟਸ ਦੀ ਇਹਨਾਂ ਦੇ ਖਿਲਾਫ ਹੁੰਦੀ ਆ। 2 ਜਿਹੜੇ ਕੇਸ ਆ ਇਹ ਅਲੱਗ-ਅਲੱਗ ਵਿਜੀਲੈਂਸ ਬਿਊਰੋ ਕਰਦਾ। 18 ਅਗਸਤ ਨੂੰ ਸੁਮੇਧ ਸਿੰਘ ਸੈਣੀ ਨੂੰ ਇਹਨਾਂ ਇੱਕ ਕੇਸ ਦੇ ਵਿੱਚ ਵਿਜੀਲੈਂਸ ਵਿਭਾਗ ਅਰੈਸਟ ਕਰ ਲੈਂਦਾ ਤੇ 19 ਅਗਸਤ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਫੈਸਲਾ ਦਿੰਦੇ ਆ ਕਿ ਇਹਨਾਂ ਨੂੰ ਇਮੀਡੀਏਟਲੀ ਛੱਡ ਦਿੱਤਾ ਜਾਵੇ। ਇਸ ਤੋਂ ਬਾਅਦ ਇੱਕ ਫੈਸਲਾ ਹੋਰ ਆਉਂਦਾ, ਉਹ ਕਹਿੰਦਾ ਜਿਹੜੇ ਪਹਿਲਾਂ ਵੀ ਉਹ ਕਹਿੰਦੇ ਆ ਜਿਹੜੇ ਮਾਨਯੋਗ ਜੱਜ ਨੇ ਕਿ ਜਿਹੜੇ ਪਹਿਲਾਂ ਵਾਲੇ ਕੇਸ ਆ
ਚਾਹੇ ਚੌਕਸੀ ਵਿਭਾਗ ਦੇ ਕੇਸ ਆ, ਇਹਨਾਂ ਸਾਰਿਆਂ ਨੂੰ ਮਿਲਾ ਕੇ ਸੁਮੇਧ ਸਿੰਘ ਸੈਣੀ ਨੂੰ ਫਰਵਰੀ ਸਨ 2022 ਤੱਕ ਪੂਰੀ ਦੀ ਪੂਰੀ ਬਲੈਂਕਟ ਬੇਲ ਦਿੱਤੀ ਜਾਂਦੀ ਹੈ। ਬੜਾ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ, ਸਾਰਿਆਂ ਨੂੰ ਹਾਹਾਕਾਰ ਮਚ ਗਈ ਕਿ ਇਹ ਬਣਿਆ ਕੀ ਸਾਡੇ ਨਾਲ। ਖਾਸ ਤੌਰ ਤੇ ਸਰਕਾਰ ਨੂੰ ਬੜੀ ਨਮੋਸ਼ੀ ਚ ਲੈਣੀ ਪਈ। ਹੁਣ ਉਹਨੇ ਆਪਾਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਤਮਾਮ ਲੋਕਾਂ ਤੇ ਜਿਹੜੇ ਬਾਰ-ਬਾਰ ਕਹਿੰਦੇ ਆ ਕਿ ਤੁਸੀਂ ਸਪੈਸ਼ਲ ਲੀਵ ਪਟੀਸ਼ਨ, ਵਿਸ਼ੇਸ਼ ਜਿਹੜੀ ਲੀਵ ਪਟੀਸ਼ਨ ਆ, ਉਹ ਸੁਪਰੀਮ ਕੋਰਟ ਜਾ ਕੇ ਇਹਨਾਂ ਆਰਡਰਾਂ ਨੂੰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਰਡਰਸ ਨੂੰ ਖਾਰਿਜ ਕਿਉਂ ਨਹੀਂ ਕਰਾਉਂਦੇ। ਮੈਂ ਤੁਹਾਨੂੰ ਦੱਸਦਾ, ਅਸਲ 'ਚ ਇੱਕ ਹੋਰ ਚੀਜ਼ ਆ। ਜਿਹੜਾ ਵਿਜੀਲੈਂਸ ਵਿਭਾਗ ਆ ਰੰਧਾਵਾ ਜੀ, ਉਹ ਚੀਫ ਸੈਕਟਰੀ ਨੂੰ ਰਿਪੋਰਟ ਕਰਦਾ, ਤੇ ਜਿਹੜਾ ਆਪਣਾ ਜਨਰਲ ਪੁਲਿਸ ਵਿਭਾਗ ਆ, ਜਿੱਥੇ ਡੀਜੀਪੀ ਬੈਠਦੇ ਆ, ਉਹ ਸਾਰਾ ਹੋਮ ਡਿਪਾਰਟਮੈਂਟ ਥੱਲੇ ਆਉਂਦਾ। ਇਹ ਵੱਖਰੇ ਵੱਖਰੇ ਇਹਨਾਂ ਨੂੰ ਦੇਖਣਾ ਬਹੁਤ ਜ਼ਰੂਰੀ ਆ। ਮਤਲਬ ਦੋ ਇਹਦੇ ਵਿੱਚ ਇਹ ਕਹਿ ਦਈਏ ਸਿੱਧਾ ਜਿਹਾ ਵੀ ਇੱਕ ਮਹਿਕਮਾ ਜਿਹੜਾ ਵਿਜੀਲੈਂਸ ਵਾਲਾ ਉਹ ਚੰਨੀ ਸਾਹਿਬ ਨੂੰ ਜਵਾਬਦੇ ਉਹਨਾਂ ਕੋਲ ਆ, ਤੇ ਦੂਜਾ ਸੁਖਜਿੰਦਰ ਸਿੰਘ ਰੰਧਾਵਾ ਕੋਲ ਆ। ਜੀ ਜੀ ਬਿਲਕੁਲ, ਤੁਸੀਂ ਬਿਲਕੁਲ ਬਹੁਤ ਬਖੂਬੀ ਤੁਸੀਂ ਬਿਆਨ ਕੀਤਾ। ਹੁਣ ਤੁਸੀਂ ਦੇਖੋ ਕਿ ਇਹਨਾਂ ਦੀਆਂ ਜਦੋਂ ਚੌਕਸੀ ਵਿਭਾਗ ਨੂੰ ਪਤਾ ਲੱਗਦਾ ਕਿ ਸਾਡੀ ਤਾਂ ਸਾਰੀ ਜਾਂਚ ਹੀ ਰੁਕ ਗਈ, ਇੱਕ ਵਿਅਕਤੀ ਜਿਹੜਾ ਉਹਦੇ ਵਿੱਚ ਦੋਸ਼ੀ ਪਾਇਆ ਜਾਂਦਾ, ਜੇ ਉਹਨੂੰ ਬਲੈਂਕਟ ਬੇਲਾਂ ਮਿਲ ਗਈਆਂ ਤਾਂ ਅਸੀਂ ਜਾਂਚ ਅੱਗੇ ਕਿੱਦਾਂ ਵਧਾਵਾਂਗੇ। ਉਹ ਚਾਹੇ ਜਿਹੜੇ ਪੁਰਾਣੇ ਇੰਜੀਨੀਅਰ ਸੀ, ਐਕਸੀਐਨਸੀ ਨਿਮਰਤਦੀਪ ਸਿੰਘ ਹੋਣ, ਜਾਂ ਉਹਨਾਂ ਦੇ ਪਿਤਾ ਹੋਣ ਸੁਰਿੰਦਰਜੀਤ ਸਿੰਘ ਜਸਪਾਲ, ਉਹ ਸਾਰੇ ਤਮਾਮ ਜਾਂ ਪੁਰਾਣੇ ਜਿਹੜੇ ਅਫਸਰ ਆ, ਸੋ ਕਰਦੇ ਕਰਾਉਂਦੇ ਇੱਕ ਚਿੱਠੀ ਲਿਖਦੇ ਆ। ਇਹ ਕਹਿੰਦੇ ਆ ਕਿ ਏਜੀ ਸਾਹਿਬ ਨੂੰ ਕਹੋ ਕਿ ਇਹਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ ਪਾਈ ਜਾਵੇ। ਇਹ ਆਪਣੇ ਵਿਭਾਗ ਨੂੰ ਲਿਖਦੇ ਆ, ਵਿਭਾਗ ਦੇ ਅਫਸਰ ਜਿਹੜੇ ਉਹ ਸੈਕਟਰੀਆਂ ਨੂੰ ਲਿਖਦੇ ਆ, ਤੇ ਫਿਰ ਗਾਂ ਇਹ ਗੱਲ ਤੁਰਦੀ ਆ। ਮੈਂ ਸਿਰਫ ਇਸ ਕਰਕੇ ਇਹਨੂੰ ਡਿਟੇਲ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਸ ਦੇ ਵਿੱਚ ਜਿਹੜਾ ਤਾਲਮੇਲ ਆ ਉਹ ਕਿੰਨਾ ਕੁ ਵੱਖਰਾ ਤੇ ਕਿੰਨਾ ਕੁ ਔਖਾ, ਇਸ ਚੀਜ਼ ਨੂੰ ਵੀ ਸਮਝੋ। ਅੱਛਾ, ਏਜੀ ਦਾ ਮਾਮਲਾ ਆਪਣੇ ਆਪ ਚ ਫਸਿਆ ਹੋਇਆ ਸੀ। ਪਹਿਲਾਂ ਤਾਂ ਸਰਕਾਰ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਏਜੀ ਕਿਹੜਾ ਲਾਈਏ, ਤੇ ਜੇ ਲਾ ਦਿੱਤਾ ਤੇ ਉਹਨੂੰ ਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਇਹਨਾਂ ਗੱਲਾਂ 'ਚ ਫਸੇ ਰਹੇ। ਫਾਈਨਲੀ ਹੁਣ ਕੀ ਹੋਇਆ, ਜਿਹੜੀ ਆਪਾਂ ਗੱਲ ਦਸੀਏ ਕਿ ਵਿਜੀਲੈਂਸ ਵਿਭਾਗ ਨੇ ਇੱਥੋਂ ਭਾਰਤ ਦੇ ਜਿਹੜੇ ਅਟਾਰਨੀ ਜਨਰਲ ਆ ਕੇ ਵੇਣੂਗੋਪਾਲ, ਉਹਨਾਂ ਨੂੰ ਫਿਰ ਇਹਨਾਂ ਨੇ ਹਾਇਰ ਕੀਤਾ। ਹਾਲਾਂਕਿ ਉਹ ਭਾਰਤ ਸਰਕਾਰ ਦੇ ਕੇਸ ਲੜਦੇ, ਤੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਵਿਜੀਲੈਂਸ ਬਿਊਰੋ ਲੈ ਗਿਆ। ਉੱਥੇ ਜਾ ਕੇ, ਹਾਲਾਂਕਿ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਹੋ ਸਕਦਾ ਇਹਨਾਂ ਦੀ ਪਟੀਸ਼ਨ ਬਿਲਕੁਲ ਰੱਦ ਹੋ ਜਾਂਦੀ, ਲੇਕਿਨ ਅਖੀਰ ਤੇ ਇੱਕ ਗੱਲ ਹੋਰ ਹੋਈ। ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਕੇਸ ਤੇ ਆ ਗਏ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਡੀ ਜਿਹੜੀ ਜਾਂਚ ਅੱਗੇ ਨਹੀਂ ਵੱਧ ਰਹੀ, ਤੇ ਜਿਹੜਾ ਮਾਮਲਾ ਉਸ ਟਾਈਮ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਇਆ ਸੀ, ਤੁਸੀਂ ਚਾਹੁੰਦੇ ਹੋ ਕਿ ਉਸ ਤੋਂ ਸਟੇ ਹਟਾ ਦਿੱਤਾ ਜਾਵੇ ਜਾਂ ਉਹਨੂੰ ਖਾਰਜ ਕਰ ਦਿੱਤਾ ਜਾਵੇ, ਜਾਂ ਜਿਹੜੀ ਬਲੈਂਕਟ ਬੇਲ ਆ ਉਹ ਖਾਰਜ ਕਰ ਦਿੱਤੀ ਜਾਵੇ। ਤੇ ਜਿਹੜੇ ਪੁਰਾਣੇ ਕੇਸ ਪਏ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਚਾਹੇ ਬੇਅਦਬੀ ਦੇ ਕੇਸ ਆ, ਚਾਹੇ ਉਹਨਾਂ ਤੇ ਗੋਲੀ ਕਾਂਡ, ਤੇ ਉਹਨਾਂ ਦਾ ਕੀ ਆ, ਇਹ ਤਾਂ ਉਹਦੇ ਨਾਲ ਹੀ ਜੁੜਿਆ, ਤੇ ਤੁਸੀਂ ਇਹਨੂੰ ਕਿਉਂ ਨਹੀਂ ਨਾਲ ਲੈਂਦੇ। ਤੇ ਫਿਰ ਇਹਨਾਂ ਨੇ ਉਹਨਾਂ ਸਾਰੇ ਕੇਸਾਂ ਨੂੰ ਵੀ ਕਿਹਾ ਕਿ ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਪਟੀਸ਼ਨ ਆ ਜਿਹੜੀ ਉਹ ਪਾਵਾਂਗੇ। 4 ਹਫ਼ਤਿਆਂ ਦਾ ਸਮਾਂ ਇਹਨਾਂ ਨੂੰ ਮਿਲਿਆ। ਕੇ ਵੇਣੂਗੋਪਾਲ ਹੋਣਾ ਨੇ 4 ਹਫ਼ਤਿਆਂ ਦਾ ਸਮਾਂ ਲਿੱਤਾ। ਹੁਣ ਦੇਖੋ, 4 ਹਫ਼ਤੇ ਵੀ ਕਾਫੀ ਲੰਬਾ, 1 ਮਹੀਨੇ ਦਾ ਲਗਭਗ ਸਮਾਂ ਹੁੰਦਾ, ਲੇਕਿਨ ਇੱਕ ਜਿਹੜੀ ਇਹ ਕਵਾਇਦ ਆ, ਕੋਸ਼ਿਸ਼ ਆ, ਉਹ ਸ਼ੁਰੂ ਹੋਈ ਹੈ ਇੱਕ ਵਿਭਾਗ ਵੱਲੋਂ। ਤੇ ਕੀ ਜਿਹੜਾ ਜਨਰਲ ਪੁਲਿਸ ਡਿਪਾਰਟਮੈਂਟ ਆ, ਕਿ ਉਹ ਇਹ ਕਵਾਇਦ ਨਹੀਂ ਸ਼ੁਰੂ ਕਰਦਾ? ਏਜੀ ਸਾਹਿਬ ਵੱਲੋਂ ਨਹੀਂ ਇਹ ਸਾਰਾ ਕੁਝ ਹੋਣਾ ਚਾਹੀਦਾ ਸੀ? ਸੋ ਇਹ ਤਮਾਮ ਤਰ੍ਹਾਂ ਦੇ ਸਵਾਲ ਉੱਠਦੇ ਆ। ਸਰਕਾਰ ਨੂੰ, ਖੁਦ ਬੰਦਿਆਂ ਨੂੰ, ਪਾਰਟੀ ਦੇ ਪ੍ਰਧਾਨਾਂ ਨੂੰ ਕਈ ਚੀਜ਼ਾਂ ਦੀ ਇਨਫੋਰਮੇਸ਼ਨ ਹੀ ਨਹੀਂ ਉਹਨਾਂ ਤੱਕ ਪਹੁੰਚਦੀ ਕਿ ਕੀ ਹੋ ਰਿਹਾ। ਇਹ ਇਨਫੋਰਮੇਸ਼ਨ ਜੇ ਛੱਡ ਕੇ ਕਿਸੇ ਤਰ੍ਹਾਂ ਪਹੁੰਚਦੀ, ਹਜੇ ਤੱਕ ਤੁਸੀਂ ਦੇਖੋ ਇਹਦੀ ਮੀਡੀਆ ਦੇ ਵਿੱਚ ਵੀ ਕਿਸੇ ਨੂੰ ਭਣਕ ਨਹੀਂ ਆ। ਸੋ ਕਹਿਣ ਦਾ ਮਤਲਬ ਆ ਕਿ ਇੱਕ ਹੱਥ ਨੂੰ ਨਹੀਂ ਪਤਾ, ਸੱਜੇ ਹੱਥ ਨੂੰ ਇਹ ਨਹੀਂ ਪਤਾ ਕਿ ਖੱਬਾ ਹੱਥ ਕੀ ਕਰਦਾ, ਤੇ ਖੱਬੇ ਨੂੰ ਨਹੀਂ ਪਤਾ ਸੱਜਾ ਕੀ ਕਰਦਾ। ਜਿੰਨੀ ਦੇਰ ਤੱਕ ਆਪਸ ਦੇ ਵਿੱਚ ਤਾਲਮੇਲ ਨਹੀਂ ਆ, ਕੁਝ ਲੋਕ ਜਿਸ ਤਰ੍ਹਾਂ ਤੁਸੀਂ ਦੱਸਿਆ ਫਰੀਦਕੋਟ 'ਚ ਪਹੁੰਚ ਜਾਂਦੇ, ਫਰੀਦਕੋਟ ਦੀ ਅਦਾਲਤ 'ਚ ਪਹੁੰਚ ਜਾਂਦੇ, ਖਾਸ ਤੌਰ ਤੇ ਉਹ ਪੁਲਿਸ ਕਰਮਚਾਰੀ ਜਿਨ੍ਹਾਂ ਦੇ ਉੱਤੇ ਦੋਸ਼ ਆ, ਜਿਵੇਂ ਚਰਨਜੀਤ ਸਿੰਘ ਸ਼ਰਮਾ ਹੋਏ ਜਾਂ ਬਿਕਰਮਜੀਤ ਸਿੰਘ ਹੋਏ, ਜਾਂ ਜਿਹੜੇ ਇੱਕ ਇੰਸਪੈਕਟਰ ਵੀ ਗਏ ਆ ਉੱਥੇ, ਉਹ ਕਹਿੰਦੇ ਜੀ ਸਾਡੇ ਤੇ ਵੀ ਜਵਾਬੀ ਹਮਲਾ ਹੋਇਆ ਸੀ। ਸੋ ਹਰ ਚੀਜ਼ ਦਾ ਤਾਣਾ ਬਾਣਾ ਉਲਝਾਇਆ ਜਾ ਰਿਹਾ। ਇੰਨਾ ਕੁ ਕਨਫਿਊਜ਼ ਕਰ ਦੋ, ਇੰਨਾ ਕੁ ਉਲਝਾ ਕੇ ਰੱਖ ਦੋ ਕੇਸਾਂ ਨੂੰ ਕਿ ਲੋਕਾਂ ਸਾਹਮਣੇ ਸੱਚਾਈ ਕਦੇ ਸਾਹਮਣੇ ਆਵੇ ਨਾ। ਜੀ ਠੀਕ ਗੱਲ ਆ ਕਿ ਜੇ 2 ਦਿਨ ਪਹਿਲਾਂ ਅਜੇ ਗੱਲ ਹੋਈ ਆ ਤਾਂ 4 ਹਫ਼ਤਿਆਂ ਦਾ ਮਤਲਬ ਹੈ ਦਸੰਬਰ ਦਾ ਅਖੀਰ, ਤੇ ਦਸੰਬਰ ਦੇ ਅਖੀਰ ਦਾ ਮਤਲਬ ਹੈ ਚੋਣ ਜਾਬਤਾ। ਨਾਲ ਇੱਕ ਹੋਰ ਗੱਲ ਵੀ, ਜਦੋਂ ਕੱਲ ਸਿੱਧੂ ਸਾਹਿਬ ਇਹ ਇਲਜ਼ਾਮ ਲਾ ਰਹੇ ਸੀ ਕਿ ਕਿਉਂ ਨਹੀਂ ਸੀਐਲਪੀ ਪਾਈ, ਤੇ ਉਦੋਂ ਫਿਰ ਇਧਰਲੇ ਬੰਨੇ ਮੁੱਖ ਮੰਤਰੀ ਮੁਸ਼ਕੜੀਏ ਹੱਸਦੇ ਹੋਣੇ ਆ ਕਿ ਭਾਊ ਜੀ ਤੁਹਾਨੂੰ ਤੇ ਪਤਾ ਹੀ ਨਹੀਂ, ਭਰਾ ਤਾਂ ਤੁਸੀਂ ਛੋਟੇ ਵੱਡੇ ਹੋ, ਪਰ ਤੁਹਾਨੂੰ ਨਹੀਂ ਪਤਾ ਵੀ ਅਸੀਂ ਕਿੰਨੇ ਕੁ ਗੁੱਝੇ ਆ। ਉਹ ਕਹਿੰਦੇ ਹੋਣੇ ਆ ਜਿਸ ਦਿਨ ਬਹੁਤਾ ਜ਼ੋਰ ਪਊ ਦੱਸ ਦਾਂਗੇ, ਅਸੀਂ ਤਾਂ ਫਲਾਣੀ ਤਰੀਕ ਨੂੰ ਜਾ ਆਏ ਸੀਗੇ। ਵੱਡੀ ਗੱਲ ਇਹ ਵੀ ਆ ਕਿ ਸਿੱਧੂ ਸਾਹਿਬ ਹੁਣ ਏਜੀ ਤੁਹਾਡੇ ਆ, ਜੇ ਤੁਸੀਂ ਸ਼ਰੀਕਾਂ ਤੇ ਦੋਸ਼ ਲਾਉਣ ਦੀ ਬਜਾਏ ਏਜੀ ਸਾਹਿਬ ਨੂੰ ਸਿੱਧਾ ਫੋਨ ਕਰਕੇ ਪੁੱਛ ਲਿਆ ਕਰੋ ਵੀ ਏਜੀ ਸਾਹਿਬ ਇਸ ਮਾਮਲੇ 'ਚ ਇੱਕ ਸੀਐਲਪੀ ਪਾ ਦਿਓ, ਘੱਟੋ ਘੱਟ ਕਾਰਵਾਈ। ਦੇਖੋ, ਉਹ ਇੱਕ ਸੰਵਿਧਾਨਕ ਪੋਸਟ ਆ, ਮੇਰੇ ਖਿਆਲ ਉਹਨਾਂ ਨੇ ਸਾਰੇ ਕੰਮ ਕਰਨੇ ਆ। ਜਿਹੜੇ ਆਪਣੇ ਐਡਵੋਕੇਟ ਜਨਰਲ ਹੁੰਦੇ ਆ ਉਹ ਆਪਣੇ ਤੌਰ ਤੇ ਕਾਰਵਾਈ ਕਰਦੇ ਰਹਿੰਦੇ ਆ, ਤੇ ਸਿੱਧੂ ਸਾਹਿਬ ਦੇ ਉਹ ਖਾਤੇ 'ਚ ਪੈਂਦੇ ਆ। ਖੈਰ, ਮੈਂ ਥੋੜਾ ਜਿਹਾ ਅੱਗੇ ਵਧਾਂ
ਕਿ ਰੌਲੇ ਤਾਂ ਇਹ ਬਹੁਤ ਨੇ, ਰੌਲੇ ਤਾਂ ਇਹ ਬਹੁਤ ਨੇ, ਤੇ ਰੌਲੇ ਉਹਨਾਂ ਕਾਰਾਂ ਦੀਆਂ ਫੋਟੋਆਂ ਦੇ ਵੀ ਆ ਜਿਹੜੇ ਗੁਰਦੀਪ ਸਿੰਘ ਜੁਝਾਰ ਬੱਸ ਵਾਲੇ ਜਿਹੜੇ ਆ ਉਹਨਾਂ ਦੇ ਘਰ ਦੇ ਮੂਹਰੇ ਸੀ ਇਨਕਮ ਟੈਕਸ ਦੀ ਨਵੀਂ ਰੇਟ। ਦੇਰ ਰਾਤ ਨੂੰ ਈਡੀ ਵਾਲੇ ਗਏ ਤੇ ਮਨੇਰ ਨੂੰ ਦੂਜੇ ਟੱਕਰ ਕੇ ਆ ਕੇ ਗੱਲ ਅਜੇ ਮੁੱਕੀ ਨਹੀਂ, ਗੱਲ ਤੁਰਦੀ ਪਈ ਆ। ਤੇ ਗੱਲ ਸਿਆਸਤ ਦੇ ਇਹਨਾਂ ਦਿਨਾਂ 'ਚ ਜਦੋਂ ਤੁਰਦੀ ਆ ਫਿਰ ਲੋਕ ਪੁੱਛਦੇ ਆ ਅੰਦਰ ਕੀ ਆ ਯਾਰ, ਸਾਨੂੰ ਵੀ ਦੱਸ ਦਿਆ ਕਰੋ। ਖਬਰ ਬਾਹਰ ਨਹੀਂ ਕੱਢਦੇ, ਨਾ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ, ਜੇ ਕੋਈ ਕਾਰਵਾਈ ਪਾਉਂਦੇ ਹੋ ਲੋਕਾਂ ਨੂੰ ਦੱਸੋ। ਐਵੇਂ ਚਾਹ ਦੀਆਂ ਚੁਸਕੀਆਂ ਜੀਆਂ ਖਰਾਬ ਕਰੀ ਜਾਂਦੇ ਆ ਜੀ। ਅਖਬਾਰਾਂ ਦੀਆਂ ਖਬਰਾਂ ਵੀ ਅੱਧੀਆਂ ਅਧੂਰੀਆਂ ਬੁਝਾਰਤਾਂ ਜੀਆਂ ਪਾਉਂਦੀਆਂ, ਸਾਡੇ ਵਾਂਗ ਖੁੱਲ ਕੇ ਕੋਈ ਨਹੀਂ ਦੱਸਦਾ। ਪਰ ਮੈਨੂੰ ਇਹ ਜ਼ਰੂਰ ਦੱਸ ਦਿਓ ਜੀ ਮਨਪ੍ਰੀਤ ਜੀ, ਜਦੋਂ ਅੱਜ ਸੁਖਬੀਰ ਹੋਰੀ, ਅੱਜ ਬਾਦਲ ਸਾਹਿਬ ਪੂਰੇ ਆਪਣੇ ਲਾਮ ਲਸ਼ਕਰ ਨਾਲ, ਪੂਰੇ ਤਾਣੇ ਬਾਣੇ ਨਾਲ ਜਾ ਕੇ ਸੀਐਮ ਚੰਨੀ ਦੇ ਘਰ ਦੇ ਬਾਹਰ, ਉਹੀ ਘਰ ਜਿਹਦੇ ਵਿੱਚ 10 ਸਾਲ ਇਹਨਾਂ ਦੀਆਂ ਗੱਡੀਆਂ ਦਾ ਜਿਹੜਾ ਆਉਣਾ ਜਾਣਾ ਸੀ, ਲਗਾਤਾਰ ਇਹ ਕਾਰਵਾਈ ਨੂੰ ਤੁਸੀਂ ਆਪਣੇ ਲਫ਼ਜ਼ਾਂ 'ਚ ਕਿਵੇਂ ਦੇਖਦੇ ਹੋ? ਕੱਲ ਦਾ ਬੜਾ ਇਹਨੂੰ ਘਸੀਟਿਆ ਗਿਆ। ਵਿਕਰਮ ਮਜੀਠੀਆ ਨੂੰ ਹੱਥ ਕੌਣ ਪਾਉਣ ਲੱਗਿਆ ਬਾਈ ਦੀ ਵੇ? ਆ ਕਹਿੰਦੇ ਹੁੰਦੇ ਸੀ, ਕਹਿੰਦੇ ਤਾਂ ਕੈਪਟਨ ਸਾਹਿਬ ਨਾਲ ਕਾਫੀ ਨੇੜੇ ਦੇ ਰਿਸ਼ਤੇ, ਬਾਅਦ ਵਾਲਿਆਂ ਨਾਲ ਵੀ ਸਾਰੇ। ਬਈ ਦੇਖੋ ਸਾਲਾਂ ਦਾ ਕੇਸ ਆ, ਹੁਣ ਉਸ ਕੇਸ 'ਚ ਬਚਿਆ ਕੀ ਆ? ਦੇਖਣ ਵਾਲੀ ਤਾਂ ਗੱਲ ਆ ਕਿ ਤੁਸੀਂ ਵਿਕਰਮ ਸਿੰਘ ਮਜੀਠੀਆ ਤੇ ਹੱਥ ਪਾਉਣ ਲੱਗੇ ਹੋ, ਛੁਪ ਕੇ ਸਾਜ਼ਿਸ਼ਾਂ ਕਰ ਰਹੇ ਹੋ। ਸਾਜ਼ਿਸ਼ ਕਿਉਂ ਕਰਦੇ ਹੋ ਭਾਈ? ਜੇ ਗਲਤ ਆ ਤਾਂ ਫੜ ਲਓ, ਜੇ ਨਹੀਂ ਤਾਂ ਫਿਰ ਉਹਨੂੰ ਬਦਨਾਮ ਕਿਉਂ ਕਰਦੇ ਹੋ? ਸਿੱਧਾ ਜਿਹਾ ਸਵਾਲ ਆ। ਪੰਜਾਬ ਦੇ ਲੋਕ ਪੁੱਛਦੇ ਆ ਵੀ ਇੱਕ ਆਮ ਬੰਦਾ ਜਦੋਂ ਮਾੜਾ ਜਿਹਾ ਕਿਤੇ ਇੱਥੇ ਲਾਹਣ ਦਾ ਕੇਸ ਹੋਵੇ ਜਾਂ ਇੱਥੇ ਕਿਧਰੇ ਦਾ ਕਿਸੇ ਦਾ 420 ਹੋ ਜੇ, ਇੱਕ ਦੂਜੇ ਨਾਲ 307 ਕੀ ਕਹਿੰਦੇ ਹੁੰਦੇ ਆ, ਇੱਕ ਦੂਜੇ ਨਾਲ 751 ਮੈਨੂੰ ਫੜ ਲੈਂਦੇ ਹੋ ਸਮੇਂ ਸਿਰ, ਤੁਸੀਂ ਬਚਾ ਲੈਂਦੇ ਹੋ। ਇੱਥੇ ਦੱਸਿਓ ਉਹਦਾ ਤਾਂ ਜੀਣਾ ਔਖਾ ਹੋ ਜਾਂਦਾ, ਉਹ ਤੇ ਖੇਤਾਂ 'ਚ ਸੌਂਦਾ ਜਾਂ ਕਿਤੇ ਰਿਸ਼ਤੇਦਾਰਾਂ ਕੋਲ ਭੱਜਾ ਫਿਰਦਾ। ਗੱਲ ਇਹ ਨਹੀਂ ਕਿ ਮੌਕਾ ਜਿਹੜਾ ਟਾਈਮਿੰਗ ਜਿਹੜੀ ਹੈ ਜਾਂ ਜੋ ਹੋ ਰਿਹਾ, ਇਹਨੂੰ ਤੁਸੀਂ ਕਿਵੇਂ ਬਿਆਨ ਕਰੋਗੇ? ਮੈਨੂੰ ਇੰਝ ਲੱਗਦਾ ਕਿ ਇਹਨਾਂ ਮਾਮਲਿਆਂ 'ਚ ਕੁਝ ਨਹੀਂ ਹੁੰਦਾ, ਜ਼ਮਾਨਤਾਂ ਬਹੁਤ ਆਸਾਨੀ ਨਾਲ ਮਿਲਦੀਆਂ ਨੇ ਤੇ ਫਿਰ ਮੁੜ ਕੇ ਤੇ ਲਾਹੇ ਵੀ ਮਿਲਦੇ ਆ। ਅਕਾਲੀ ਦਲ ਨੂੰ ਫਾਇਦਾ ਹੋਣ ਜਾ ਰਿਹਾ ਕਿ ਨੁਕਸਾਨ ਹੋਣ ਜਾ ਰਿਹਾ ਜੇ ਕੁਝ ਇੰਝ ਵਾਪਰ ਜਾਂਦਾ ਤੇ? ਜੀ ਮੈਂ ਤੁਸੀਂ ਗੱਲ ਗੁਰਦੀਪ ਸਿੰਘ ਜੁਝਾਰ ਹੋਣਾ ਤੋਂ ਕੀਤੀ ਸੀ, ਥੋੜੀ ਜਿਹੀ ਆਪਾਂ ਉਹਨਾਂ ਦੀ ਗੱਲ ਕਰ ਲੈਂਦੇ ਆ ਕਿ ਦੇਖੋ ਇਨਕਮ ਟੈਕਸ ਦੇ ਛਾਪੇ ਵੱਜ ਗਏ, ਕਈ ਉਹਨਾਂ ਦੇ 7 ਕਰੋੜ ਤੱਕ ਇਹ ਵੀ ਪਤਾ ਲੱਗਾ ਕਿ ਫਰੀਜ਼ ਹੋ ਗਏ। ਹਾਲਾਂਕਿ ਅਧਿਕਾਰਿਕ ਤੌਰ ਤੇ ਸਾਨੂੰ ਕੁਝ ਨਹੀਂ ਪਤਾ ਲੱਗਾ। ਤੁਸੀਂ ਇੱਕ ਚੀਜ਼ ਦੇਖੋ ਰੰਧਾਵਾ ਜੀ, ਇਹ ਸਰਕਾਰ ਜਦੋਂ ਆਉਂਦੀ ਆ ਤਮਾਮ ਤਰ੍ਹਾਂ ਦੇ ਵਾਅਦੇ ਕਰਦੇ ਆ। ਅੱਜ ਕੇਂਦਰ ਦੀਆਂ ਏਜੰਸੀਆਂ, ਚਾਹੇ ਐਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ਚਾਹੇ ਇਨਕਮ ਟੈਕਸ ਹੋਵੇ, ਕਿ ਪੰਜਾਬ ਸਰਕਾਰ ਕੋਲੇ ਕੋਈ ਏਜੰਸੀ ਨਹੀਂ ਸੀ? ਕਿ ਪੰਜਾਬ ਸਰਕਾਰ ਜਿਹੜੇ ਖੁਦ ਸ਼ੁਰੂ ਤੋਂ ਦਾਅਵੇ ਕਰਦੇ ਸੀ ਕਿ ਅਸੀਂ ਫਾਸਟਵੇ, ਕੇਬਲ ਨੈਟਵਰਕ ਜਾਂ ਤਮਾਮ ਤਰ੍ਹਾਂ ਦੇ, ਜੇ ਤੁਸੀਂ ਕੋਈ ਕਿਸੇ ਤਰ੍ਹਾਂ ਦੇ ਫੈਸਲੇ ਲੈਣੇ ਵੀ ਸੀ, ਹਾਲਾਂਕਿ ਜਿਹੜਾ ਕੇਬਲ ਨੈਟਵਰਕ ਦਾ ਜਿਹੜਾ ਕਾਨੂੰਨ ਆ ਉਹ ਕੇਂਦਰ ਦੇ ਅਧਿਕਾਰ ਖੇਤਰ ਆਉਂਦਾ, ਪਰ ਬਾਕੀ ਸਾਰੀ ਤਰ੍ਹਾਂ ਦੀਆਂ ਜੇ ਕੋਈ ਤੁਹਾਨੂੰ ਕਮੀਆਂ ਪੇਸ਼ੀਆਂ ਸੀ ਤੁਸੀਂ ਵੀ ਕੋਈ ਜਾਂਚ ਬਿਠਾ ਸਕਦੇ ਸੀ। ਖੈਰ ਆਪਾਂ ਅੱਗੇ ਆਉਂਦੇ ਆ, ਇਹ ਗੱਲਾਂ ਤਾਂ ਆਪਣੇ ਆਪ ਚੱਲਦੀਆਂ ਰਹਿਣੀਆਂ। ਦੂਸਰੀ ਜਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ, ਬਾਰ-ਬਾਰ ਸੁਖਬੀਰ ਸਿੰਘ ਬਾਦਲ ਕਦੇ ਪ੍ਰੈਸ ਕਾਨਫਰੰਸ ਕਰਦੇ ਆ, ਕਦੇ ਵਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕਰਦੇ ਆ, ਕਹਿੰਦੇ ਜੇਲ੍ਹਾਂ ਭਰ ਦੇਣੀਆਂ। ਤੇ ਲੱਗਦਾ ਇਸ ਤਰ੍ਹਾਂ ਕਿ ਜੇ ਤੁਸੀਂ ਜੇਲ੍ਹਾਂ ਭਰ ਦੇਣੀਆਂ ਤੇ ਜੇਲ੍ਹਾਂ ਤੋਂ ਇੰਨਾ ਡਰਦੇ ਕਿਉਂ? ਜਾਓ ਜੇਲ੍ਹਾਂ 'ਚ ਜਾ ਕੇ ਉੱਥੇ ਬੈਠੋ, ਤੁਹਾਨੂੰ ਉਹਦੇ ਲਈ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਆ? ਤੁਸੀਂ ਇਹ ਗੱਲ ਕਿਤੇ ਨਾ ਕਿਤੇ ਤੁਹਾਨੂੰ ਡਰ ਸਤਾ ਰਿਹਾ, ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਲੱਗ ਰਿਹਾ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਕਿਤੇ ਇੱਕ ਤਰ੍ਹਾਂ ਦੀ ਖੁਸ਼ੀ ਨਾ ਮਿਲ ਜੇ, ਸ਼ਾਇਦ ਉਹਨਾਂ ਨੂੰ ਖੁਸ਼ ਹੋਣ ਦਾ ਮੌਕਾ ਨਾ ਮਿਲ ਜੇ। ਖੈਰ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ, ਲੇਕਿਨ ਅਸੀਂ ਤਾਂ ਇੱਕ ਤਰ੍ਹਾਂ ਦਾ ਇੱਕ ਐਨਾਲਿਸਿਸ ਕਰ ਰਹੇ ਹਾਂ, ਇੱਕ ਵਿਸ਼ਲੇਸ਼ਣ ਕਰ ਰਹੇ ਹਾਂ। ਜਿਸ ਤਰ੍ਹਾਂ ਦੇ ਇਹਨਾਂ ਦੇ ਹਾਵ ਭਾਵ ਆ ਉਹ 'ਚ ਡਰ ਜ਼ਿਆਦਾ ਨਜ਼ਰ ਆ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਤੁਸੀਂ ਦੇਖੋ, ਤੁਸੀਂ ਆਪ ਕਹਿੰਦੇ ਹੋ ਕਿ ਇਹਨਾਂ ਨੂੰ ਬੜੀ ਜਲਦੀ ਜ਼ਮਾਨਤਾਂ ਮਿਲ ਜਾਂਦੀਆਂ, ਕੋਈ ਸ਼ੱਕ ਨਹੀਂ। ਆਮ ਤੌਰ ਤੇ ਜਿਹੜੇ ਇਹਨਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ, ਦਿੱਲੀ ਪ੍ਰਦਰਸ਼ਨ ਕਰਨ ਗਏ ਸੀ, ਉੱਥੇ ਆਪ ਹੀ ਇਹਨਾਂ ਨੇ ਅਨਾਉਂਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਠੀਕ ਹੈ ਜੀ, ਸਾਡੇ ਸਾਰੇ ਵਰਕਰ ਹੁਣ ਸ਼ਾਂਤੀ ਨਾਲ ਵਾਪਸ ਚਲੇ ਜਾਓ, ਹੁਣ ਮੈਂ ਗ੍ਰਿਫਤਾਰੀ ਦਊਂਗਾ ਤੇ ਤੁਸੀਂ ਮੇਰੇ ਨਾਲ ਸਿਰਫ ਜਿਹੜੇ ਮੋਹਤਵਾਰ 11 ਬੰਦੇ ਆ ਸਾਡੇ ਪਾਰਟੀ ਦੇ ਉਹੀ ਆਉਣਗੇ। ਯਾਨੀ ਕਿ ਇਸ ਤਰ੍ਹਾਂ ਲੱਗਦਾ ਹੁਣ ਜਿਵੇਂ ਸਾਰਾ ਕੁਝ ਤੈਅ ਕਰਕੇ ਕੀਤਾ ਜਾਂਦਾ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮੈਨੂੰ ਯਾਦ ਆ ਮੋਹਾਲੀ ਦੇ ਵਿੱਚ ਵੀ ਇਹਨਾਂ ਨੇ ਧਰਨਾ ਦਿੱਤਾ ਸੀ, ਉੱਥੇ ਵੀ ਇਸ ਤਰ੍ਹਾਂ ਬੱਸ 'ਚ ਚੜ੍ਹ ਕੇ ਖੁਦ ਜਗ੍ਹਾ ਬਣਾ ਦਿੱਤੀ ਗਈ, ਇਹਨਾਂ ਨੇ ਜਾ ਕੇ ਵਿੱਚ ਬੈਠ ਗਏ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਗ੍ਰਿਫਤਾਰੀ ਹੋਈ ਆ। ਆਮ ਤੌਰ ਤੇ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨਾਂ ਤੋਂ ਲੋਕਾਂ ਨੂੰ ਵੀ ਭਲੀ ਭਾਂਤੀ ਜਾਣੂ ਹੋ ਗਏ ਆ ਕਿ ਆਪਸ 'ਚ ਰਲ ਮਿਲ ਕੇ ਕਈ ਵਾਰੀ ਖੇਡ ਖੇਡੀ ਜਾਂਦੀ ਆ। ਹੁਣ ਜੇ ਵਾਕਿਆ ਇਹਨਾਂ ਤੇ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਡਰ ਆ ਜਾਂ ਡਰ ਭੌ ਨਹੀਂ ਆ ਜਾਂ ਬਿਲਕੁਲ ਨਿਡਰ ਆ, ਤੇ ਫਿਰ ਸਾਹਮਣੇ ਆ ਕੇ ਇਸ ਚੀਜ਼ ਦਾ ਤੁਸੀਂ ਜਿਹੜਾ ਸਾਹਮਣਾ ਕਰੋ। ਤੇ ਜੇ ਫਿਰ ਫੜ ਲੈਂਦੇ ਫਿਰ ਜੇਲ੍ਹਾਂ ਭਰੋ। ਜੇਲ੍ਹਾਂ ਭਰਨਾ ਵੀ ਇੱਕ ਅੰਦੋਲਨ ਆ। ਪਤਾ ਲੱਗੇ ਤੁਹਾਡਾ ਕਿਹਦੇ ਕੋਲੇ ਜਿਹੜਾ ਸੱਚ ਬੋਲਦਾ, ਕੌਣ ਝੂਠ ਬੋਲਦਾ, ਔਰ ਹੋ ਸਕਦਾ ਕਿ ਤੁਸੀਂ ਹੀ ਸੱਚੇ ਨਿਕਲੋ ਤੇ ਬਾਅਦ 'ਚ ਜਿਹੜੇ ਲੋਕ ਤੁਹਾਡੇ ਤੇ ਅੱਜ ਤੱਕ ਰਾਜਨੀਤੀ ਕਰਦੇ ਆ ਕਿਤੇ ਉਹ ਨਾ ਝੂਠੇ ਪੈ ਜਾਣ। ਇਹ ਸਾਰਾ ਕੁਝ ਖੇਡ ਤਦ ਹੀ ਪਤਾ ਲੱਗੂਗਾ ਜਦੋਂ ਅੱਗੇ ਕੁਝ ਹੋਊਗਾ। ਨਾ ਤਾਂ ਉਹ ਕੁਝ ਕਰਨ ਤੇ ਨਾ ਕੁਝ ਇਹ ਕਰਨ,
ਤੇ ਫਿਰ ਖੇਡ ਦਾ ਪਤਾ ਨਹੀਂ ਲੱਗਣਾ ਜੀ। ਅਸਲ 'ਚ ਨਾ ਤੁਸੀਂ ਜਿਹੜੀ ਪਹਿਲੀ ਗੱਲ ਉਹ ਦੁੱਖ ਦੀ ਰਗ ਜਿਹੜੀ ਉੱਥੇ ਹੱਥ ਰੱਖਦੇ ਹੋ, ਤੁਹਾਨੂੰ ਸਭ ਪਤਾ ਵੀ ਇਹ ਕਿੱਥੇ ਕੁ ਜੇ ਗੱਲ ਜਾ ਕੇ ਸੁੱਟਣੀ ਆ। ਸਵਾਲ ਤਾਂ ਇਹ ਆ ਵੀ ਸੰਘਰਸ਼ ਕਰਨਾ ਭੁੱਲ ਜਾਏ ਨਾ ਬੰਦਾ ਜਦੋਂ, ਇਹ ਦੇਖੋ ਲਗਜ਼ਰੀ ਮਾਰਦੀ ਤਾਂ ਹੈ, ਕੰਫਰਟ ਜ਼ੋਨ ਮਾਰਦਾ ਤਾਂ ਹੈ। ਦੇਖੋ ਭੀੜ ਸਾਨੂੰ ਚਾਹੀਦੀ ਆ, ਪਰ ਸ਼ੀਸ਼ੇ ਸਾਫ਼-ਸਾਫ਼ ਦੂਰ ਤੱਕ ਦਿਸਦਾ ਹੋਵੇ, ਵੱਡੇ-ਵੱਡੇ ਲਾਨ, ਏਕੜਾਂ ਦੇ ਵਿੱਚ ਫੈਲੀਆਂ ਸਹੂਲਤਾਂ, ਵੱਡੇ-ਵੱਡੇ ਹੋਟਲ, ਸਰ ਇਹ ਸਭ ਚੱਲਦਾ ਹੈ, ਹੋਣਾ ਚਾਹੀਦਾ। ਦੇਖੋ ਪੀੜ੍ਹੀਆਂ ਦੀ ਕਮਾਈ ਆ, ਕੋਈ ਛੋਟੀ ਗੱਲ ਥੋੜੀ ਆ। ਬੰਦਾ ਇੱਕ ਸਧਾਰਨ ਬੰਦਾ ਉੱਠਦਾ ਕਾਰ ਤੋਂ, ਕਿਹੜੀ ਕਾਰ, ਫੋਰਚੂਨਰਾਂ ਤੱਕ ਲੋਕ ਚਲੇ ਗਏ, ਤੇ ਜਿਨ੍ਹਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ ਉਹਨਾਂ ਦੇ ਹੱਕ ਬਣਦੇ। ਪਰ ਮੈਂ ਜਿਹੜਾ ਸਵਾਲ ਕਰਨ ਲੱਗਿਆ ਸੀ, ਤੁਸੀਂ ਠੀਕ ਕਿਹਾ, ਦਿੱਲੀ ਦੇ ਵਿੱਚ ਗ੍ਰਿਫਤਾਰੀ ਦੇਤੀ ਕਿਉਂਕਿ ਉਹਦੇ ਨਾਂ ਤਾਂ ਕੇਂਦਰੀ ਸੱਤਾ ਨਾਲ ਲੜਨਾ ਸੀ, ਤੇ ਜੇ ਲੜਨਾ ਹੀ ਨਹੀਂ ਸੀ ਤੇ ਫਿਰ ਪਾਣੀ ਗੰਦਾ ਜਿਹਾ ਕਿਉਂ ਆਪਣੇ ਤੇ ਪਵਾਈਏ, ਫਿਰ ਅਸੀਂ ਆਪਣੇ ਕੱਪੜੇ ਜਿਹਨੂੰ ਕਹਿੰਦੇ ਹੁੰਦੇ ਆ ਉਹ ਗਿੱਲੇ ਕਿਉਂ ਕਰਾਈਏ। ਚੰਡੀਗੜ੍ਹ 'ਚ ਵੀ ਕਈ ਵਾਰੀ ਇੰਝ ਹੀ ਵਾਪਰਿਆ ਕਿ ਵਰਕਰ ਫਸ ਜਾਂਦਾ ਹੈ, ਲੀਡਰ ਪਾਸਿਓਂ ਦੀ ਹੋ ਕੇ ਨਿਕਲ ਜਾਂਦੇ ਆ, ਕਿਸੇ ਥਾਣੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਨਾਲ ਹੀ, ਤੇ ਫਿਰ ਉਹ ਕੇਸ, ਵਕੀਲਾਂ ਦੀ ਬੜੀ ਵੱਡੀ ਫੌਜ ਹੁੰਦੀ ਇਹਨਾਂ ਦੀ, ਲੜਦੇ ਰਹਿੰਦੇ ਆ। ਪਰ ਇੱਕ ਅਹਿਮ ਸਵਾਲ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਈ ਧਰਾਵਾਂ 'ਚ ਲੜਨਾ ਪੈ ਰਿਹਾ, ਕਈ ਸੱਤਾ ਨਾਲ ਟੱਕਰਾ ਹੈ। ਦੇਖੋ ਜਿਹੜਾ ਅਸੀਂ ਜੁਝਾਰ ਵਾਲਾ ਮਾਮਲਾ ਕਹਿ ਰਹੇ ਹਾਂ ਨਾ, ਉਹਦੇ ਵਿੱਚ ਵੀ ਬਹੁਤ ਸਾਰੀਆਂ ਅਖਬਾਰਾਂ ਲਿਖ ਰਹੀਆਂ ਉਹ ਸੁਖਬੀਰ ਦੇ ਬੜੇ ਕਰੀਬੀ। ਸਾਨੂੰ ਨਹੀਂ ਪਤਾ, ਆਪਾਂ ਕਿਹੜਾ ਕਦੇ ਇਹਨਾਂ ਦੇ ਡਿਨਰਾਂ 'ਚ ਸ਼ਾਮਲ ਹੁੰਦੇ ਆ ਵੀ ਇਕੱਠੇ ਬਹਿ ਕੇ ਕਿਵੇਂ ਖਾਂਦੇ ਆ ਤੇ ਕੀ ਖਾਂਦੇ ਆ। ਪਰ ਸਵਾਲ ਇਹ ਆ ਕਿ ਜੇ ਸਾਰੇ ਕਹਿ ਰਹੇ ਆ ਤਾਂ ਕੁਝ ਤਾਂ ਹੋਊ ਕਿ ਇਹਨਾਂ ਦੀ ਸਾਂਝ ਬੜੀ ਆ ਆਪਸ ਵਿੱਚ। ਕਈ ਵਾਰੀ ਇਹ ਲਿੰਕ ਵੀ ਲੱਭਣੇ ਸ਼ੁਰੂ ਕੀਤੇ ਜਾਂਦੇ ਆ। ਕਈ ਉੱਪਰ ਵਾਲੇ ਕਹਿੰਦੇ ਹੁੰਦੇ ਵੀ ਜੇ ਸਿੱਧਾ ਕਿਤੇ ਹਮਲਾ ਕੀਤਾ, ਮੰਨ ਲਓ ਕੇਂਦਰ ਦੀ ਕੋਈ ਏਜੰਸੀ ਆ ਤੇ ਉਹ ਜੇ ਸਿੱਧਾ ਹਮਲਾ ਕਰੇ, ਕਹਿਣਾ ਪੋਲੀਟੀਕਲ ਵੈਂਡੇਟਾ ਹੈ ਜੀ, ਇਹ ਤਾਂ ਜੀ ਸਿਆਸੀ ਬਦਲਾਖੋਰੀ। ਪਰ ਜੇ ਵਾਇਆ ਮੀਡੀਆ ਕਿਸੇ ਹੋਰ ਜਗ੍ਹਾ ਦੇ ਉੱਤੇ ਫੋਕਸ ਕੀਤਾ ਹੋਵੇ, ਕਾਰੋਬਾਰ ਵੀ 4 ਸਟੇਟਾਂ 'ਚ ਫੈਲੇ ਹੋਣ, ਤਾਂ ਫਿਰ ਉਹ ਇੱਕ ਤਾਂ ਮੁੱਖ ਮੰਤਰੀ ਸਾਹਿਬ ਦੇ ਪੁਰਾਣੇ ਵੱਡੇ ਸਾਥੀ ਦਾ ਵੀ, ਪੁਰਾਣੇ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਦਾ ਵੀ ਨਾਂ ਉਹਨਾਂ ਦੇ ਸਾਥੀ ਦਾ ਹੁੰਦਾ ਵੀ ਉਹਨਾਂ ਨਾਲ ਵੀ ਬੜੀਆਂ ਸਾਂਝਾਂ ਰਹੀਆਂ ਇਹਨਾਂ ਦੀਆਂ। ਗੱਲ ਇਹ ਹੈ ਕਿ ਜੇ ਇਧਰਲੇ ਬੰਨੇ ਇਧਰਲੇ ਹੱਥ ਪਾਈ ਫਿਰਦੇ ਆ, ਉਧਰਲੇ ਬੰਨੇ ਉਧਰਲੇ ਹੱਥ ਪਾਈ ਫਿਰਦੇ ਆ, ਪੰਜਾਬ ਦੇ ਲੋਕਾਂ ਦੇ ਵਿੱਚ ਆਪਣੀ ਪੈਂਠ ਬਣਾਉਣ ਲਈ ਹੁਣ ਕੀਤਾ ਕੀ ਜਾਵੇ, ਪੈਂਤੜਾ ਕੀ ਅਖਤਿਆਰ ਕੀਤਾ ਜਾਵੇ, ਇਹ ਸਭ ਤੋਂ ਵੱਡਾ ਟਾਸਕ ਹੈ, ਇਹ ਸਭ ਤੋਂ ਵੱਡਾ ਸੰਕਟ ਹੈ ਸੁਖਬੀਰ ਸਿੰਘ ਬਾਦਲ ਲਈ। ਹੁਣ ਇਸ ਤੋਂ ਵੱਡਾ ਸੰਕਟ ਕੀ ਹੋਏਗਾ ਕਿ ਇੱਕ ਪਾਰਟੀ ਕੋਲ ਬਹੁਤ ਸ਼ਾਨਦਾਰ ਕੈਂਡੀਡੇਟਸ ਨੇ, ਪੂਰੇ ਪੰਜਾਬ 'ਚ ਨੈਟਵਰਕ ਆ, ਪੂਰਾ ਢਾਂਚਾ ਹੈ ਵਰਕਰਾਂ ਦਾ, ਉਹਨੂੰ ਫਿਰ ਸਮਝ ਨਹੀਂ ਆਉਂਦੀ ਯਾਰ ਲੱਕ ਸਿੱਧਾ ਕਿਵੇਂ ਕਰਨਾ। ਇਹ ਬਹੁਤ ਵੱਡਾ ਸਵਾਲ ਆ ਅਕਾਲੀ ਲੀਡਰਸ਼ਿਪ ਦੇ ਸਾਹਮਣੇ, ਜਿਹਨੂੰ ਐਡਰੈਸ ਕੀਤੇ ਬਿਨਾਂ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਣਾ, ਜਿੱਥੋਂ ਉਹ ਟਲਦੇ ਨਜ਼ਰ ਆ ਰਹੇ ਆ। ਹਲਕਿਆਂ 'ਚ ਉਹਨਾਂ ਦੇ ਉਮੀਦਵਾਰ ਜਿੱਤਣ ਦੀ ਸਥਿਤੀ 'ਚ ਖੜੇ ਆ, ਹਲਕਿਆਂ 'ਚ ਉਹਨਾਂ ਦੇ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਨੂੰ ਮੁਕਾਬਲਾ ਦੇਣ ਲਈ 19-21 ਦੇ ਫਰਕ ਤੇ ਆ, ਲੇਕਿਨ ਅਕਾਲੀ ਦਲ ਦੀ ਹਵਾ ਨਹੀਂ ਬਣਦੀ, ਨੈਗੇਟਿਵ ਬਣਦੀ ਹੈ। ਸੁਖਬੀਰ ਸਿੰਘ ਬਾਦਲ ਨੂੰ ਇੱਥੇ ਵੀ ਵਰਕ ਕਰਨਾ ਬਣਦਾ ਹੈ। ਜੇ ਅੱਜ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਕਿਤੇ ਇਸ ਤੋਂ ਪਹਿਲਾਂ ਕਿਧਰੇ ਕੋਈ ਤੁਸੀਂ ਸਿਧਾਂਤਕ ਮਾਮਲਿਆਂ ਤੇ ਵੀ ਪਹਿਰਾ ਦਿੰਦੇ ਤੇ ਬੜਾ ਅਹਿਮ ਹੁੰਦਾ। ਗ੍ਰਿਫਤਾਰੀ ਹੋਰ ਮਾਮਲਿਆਂ 'ਚ ਵੀ ਹੋਣੀ ਚਾਹੀਦੀ ਸੀ। ਬੜੇ ਮੌਕੇ ਆਏ ਆ ਪਿਛਲੇ 1 ਸਾਲ 'ਚ, ਮੌਕੇ ਹੀ ਮੌਕੇ ਸੀ ਜਦੋਂ ਤੁਸੀਂ ਲੋਕਾਂ ਲਈ ਲੜਦੇ ਖੜਦੇ, ਗ੍ਰਿਫਤਾਰੀਆਂ ਦਿੰਦੇ ਤੇ ਮਰਦੇ ਹੋਏ ਨਜ਼ਰ ਆਉਂਦੇ। ਇੱਥੇ ਟਿੱਪਣੀ ਦਿਓ। ਰੰਧਾਵਾ ਜੀ, ਕੱਲ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਉਹ ਟਿੱਪਣੀ ਯਾਦ ਆਉਂਦੀ ਆ, ਜਦੋਂ ਸੰਵਿਧਾਨ ਦਾ ਆਪਾਂ ਨੂੰ ਪਤਾ ਕੱਲ ਸਾਡਾ ਕਨਸਟੀਟਿਊਸ਼ਨ ਡੇ ਸੀ, ਸੰਵਿਧਾਨਕ ਦਿਨ ਸੀਗਾ। ਉਸ ਟਾਈਮ ਉਹ ਕਹਿ ਰਹੇ ਸੀ ਕਿ ਪਰਿਵਾਰ ਰਾਜਨੀਤੀ 'ਚ ਆਉਣ, ਲੇਕਿਨ ਜੇ ਪੀੜ੍ਹੀ ਦਰ ਪੀੜ੍ਹੀ, ਵੰਸ਼ ਦਰ ਵੰਸ਼ ਆਉਂਦੇ ਰਹਿਣ ਤੇ ਜੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮਰੱਥਾ ਨਾ ਹੋਵੇ ਤੇ ਫਿਰ ਇਹ ਸਾਡੇ ਲੋਕਤੰਤਰ ਲਈ ਖਤਰਨਾਕ ਆ। ਤੇ ਫਿਰ ਉਹਨਾਂ ਦਾ ਇਸ਼ਾਰਾ ਕੱਲੀ ਕਾਂਗਰਸ ਵੱਲ ਨਹੀਂ ਸੀ, ਫਿਰ ਉਹ ਬਾਦਲ ਪਰਿਵਾਰ ਨਾਲ ਵੀ ਸੀ। ਉਹ ਚਾਹੇ ਕਰੁਣਾਨਿਧੀ ਦਾ ਪਰਿਵਾਰ ਹੋਵੇ ਤਮਿਲਨਾਡੂ 'ਚ, ਉਹ ਚਾਹੇ ਸ਼ਿਵ ਸੈਨਾ ਹੋਵੇ ਮਹਾਰਾਸ਼ਟਰ ਦੇ ਵਿੱਚ ਤਮਾਮ, ਤੇ ਚਾਹੇ ਉੜੀਸਾ ਦੇ ਵਿੱਚ ਬੀਜੂ ਪਟਨਾਇਕ ਤੇ ਨਵੀਨ ਪਟਨਾਇਕ ਦਾ ਪਰਿਵਾਰ ਹੋਵੇ, ਇਹ ਤਮਾਮ ਤਰ੍ਹਾਂ ਤੇ ਜੇ ਆਪਾਂ ਬਾਹਰ ਵੀ ਚਲੇ ਜਾਈਏ ਉੱਥੇ ਵੀ, ਖੈਰ ਗੱਲ ਲੰਬੀ ਹੋ ਜਾਣੀ ਆ। ਕਹਿਣ ਦਾ ਮਤਲਬ ਆ ਕਿ ਜੇ ਤੁਸੀਂ ਵਾਕਿਆ ਸਿਧਾਂਤਾਂ ਤੇ ਖੜਦੇ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਕਿਉਂਕਿ ਕਿਸਾਨ ਅੰਦੋਲਨ ਨੂੰ ਵੀ 1 ਸਾਲ ਹੋ ਗਿਆ। ਇਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਸਾਡੀ ਜਿਹੜੀ ਰਾਜਨੀਤੀ ਆ, ਸਾਡੀ ਸਿਆਸਤ ਆ, ਉਹ ਤਾਂ ਪਿੰਡਾਂ ਤੇ ਖੜੀ ਆ, ਪਿੰਡਾਂ ਦੇ ਭਾਈਚਾਰੇ ਤੇ, ਕਿਸਾਨਾਂ ਤੇ ਖੜੀ ਆ, ਪੰਥ ਤੇ ਖੜੀ ਆ, ਤੇ ਫਿਰ ਉਹਨਾਂ ਕਿਸਾਨਾਂ ਦਾ ਸ਼ੁਰੂ ਦੇ ਵਿੱਚ ਇਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ? ਚਲੋ ਉਸ ਤੋਂ ਬਾਅਦ ਕਹਿੰਦੇ ਹੁੰਦੇ ਦੇਰ ਆਏ ਦਰੁਸਤ ਆਏ, ਤੁਸੀਂ ਉਹਨਾਂ ਤੋਂ ਵੱਖਰੇ ਹੋ ਗਏ, ਯਾਨੀ ਕਿ ਭਾਜਪਾ ਤੋਂ ਵੱਖਰੇ ਹੋ ਗਏ। ਬਾਅਦ ਚ ਤੁਸੀਂ ਪੰਜਾਬ ਚ ਆਉਨੇ, ਪੰਜਾਬ ਦੇ ਵਿੱਚ ਤੁਸੀਂ ਆਪਣਾ ਸਿਆਸੀ ਖੇਡ ਸ਼ੁਰੂ ਕਰ ਦਿੰਦੇ ਹੋ। ਉਸ ਤੋਂ ਬਾਅਦ ਵੀ
ਤੁਸੀਂ ਦੇਖੋ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਟਕਰਾਅ ਹੁੰਦਾ ਇਹਨਾਂ ਦੇ ਵਰਕਰਾਂ ਦਾ, ਮੋਗੇ ਦੇ ਵਿੱਚ ਇਹਨਾਂ ਦਾ ਟਕਰਾਅ ਹੁੰਦਾ, ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਹੁੰਦਾ। ਜਿਹੜੀ ਸਾਰੀਆਂ ਚੀਜ਼ਾਂ ਅਵੋਇਡ ਕੀਤੀਆਂ ਜਾ ਸਕਦੀਆਂ ਸੀ, ਬੜੀ ਹਲੀਮੀ ਨਾਲ ਤੁਸੀਂ ਇਹ ਗੱਲ ਮੰਨ ਸਕਦੇ ਸੀ ਕਿ ਸਾਡੇ ਤੋਂ ਸ਼ੁਰੂ 'ਚ ਗਲਤੀ ਹੋਈ, ਸਿਧਾਂਤਿਕ ਤੌਰ ਤੇ ਹੁਣ ਅਸੀਂ ਤੁਹਾਡੇ ਨਾਲ ਖੜੇ ਹਾਂ, ਲੇਕਿਨ ਇਹ ਗੱਲ ਮੰਨੀ ਨਹੀਂ ਗਈ, ਟਕਰਾਅ ਪੈਦਾ ਕਰਦੇ ਰਹੇ। ਅੱਜ ਕਿਸਾਨੀ ਅੰਦੋਲਨ ਜਿੱਤ ਚੁੱਕਾ, ਜਿੱਤ ਦੇ ਜਸ਼ਨ ਮਨਾਏ ਜਾਣ ਲੱਗ ਪਿਆ ਚਾਰੋਂ ਪਾਸੇ, ਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਿੱਥੇ ਖੜਾ ਪਾਉਂਦਾ, ਇਹ ਗੱਲ ਬਹੁਤ ਅਹਿਮ ਆ, ਬਹੁਤ ਜ਼ਰੂਰੀ ਆ। ਕਹਿਣ ਦਾ ਮਤਲਬ ਕਿ ਹਰ ਵਕਤ ਤੁਸੀਂ ਜੇ ਕਿਸੇ ਦੇ ਸਿਧਾਂਤ ਦੇ ਨਾਲ ਜਾਂ ਲੋਕਾਂ ਦੇ ਨਾਲ ਨਹੀਂ ਖੜੋਗੇ ਤੇ ਲੋਕ ਫਿਰ ਸਮਾਂ ਆਉਣ ਤੇ ਤੁਹਾਡੇ ਨਾਲ ਨਹੀਂ ਖੜਦੇ। ਇਹੀ ਜਦੋਂ ਆਪਾਂ, ਕਿਉਂਕਿ ਗੱਲ ਲੰਬੀ ਹੋ ਜਾਣੀ ਹੈ, ਚਾਹੇ ਬੇਅਦਬੀ ਦੇ ਮਾਮਲੇ ਸੀ, ਗੋਲੀ ਕਾਂਡ ਦੇ ਮਾਮਲੇ ਸੀ, ਤੁਹਾਡੇ ਕੋਲ ਹਜੇ ਵੀ 2 ਸਾਲ ਪਏ ਸੀ। ਸਨ 2015 ਦਾ ਮਾਮਲਾ ਜਾਂਚ ਕਰਾਉਂਦੇ, ਸਖਤੀ ਨਾਲ ਜਾਂਚ ਹੁੰਦੀ, ਕੇਂਦਰ 'ਚ ਤੁਹਾਡੀ ਸਰਕਾਰ ਸੀ ਜਿਹਦੇ ਨਾਲ ਤੁਹਾਡਾ ਗੱਠਜੋੜ ਸੀ, ਪੰਜਾਬ 'ਚ ਤੁਹਾਡੀ ਸਰਕਾਰ ਸੀ, ਤਮਾਮ ਏਜੰਸੀਆਂ ਤੁਹਾਡੇ ਕੋਲ ਸੀ, ਤੇ ਫਿਰ ਕੀ ਕਾਰਨ ਸੀ ਕਿ 2 ਸਾਲਾਂ 'ਚ ਤੁਸੀਂ ਦੋਸ਼ੀਆਂ ਨੂੰ ਲੱਭ ਨਾ ਸਕੇ? ਜੇ ਤੁਸੀਂ ਕਾਂਗਰਸ ਤੇ ਇਲਜ਼ਾਮ ਲਾਉਣੇ ਕਿ ਇਹ 5 ਸਾਲਾਂ 'ਚ ਨਹੀਂ ਲੱਭ ਸਕੇ ਜਾਂ 5 ਸਾਲਾਂ 'ਚ ਇਨਸਾਫ ਨਹੀਂ ਦਿਵਾ ਸਕੇ, ਤਾਂ ਤੁਸੀਂ ਵੀ ਇਹੀ ਕੁਝ ਕੀਤਾ। ਸੋ ਇਹ ਗੱਲ ਆ, ਇਸੇ ਕਰਕੇ ਲੋਕੀ ਇਹਨਾਂ ਗੱਲਾਂ ਨੂੰ ਭੁੱਲਦੇ ਨਹੀਂ ਆ ਜੀ। ਨਹੀਂ ਠੀਕ ਹੈ, ਦੇਖੋ ਪੈੜਾਂ ਕਿੱਧਰ ਨੂੰ ਜਾਂਦੀਆਂ ਸੀ, ਬਾਅਦ ਦੇ ਵਿੱਚ ਵੀ ਤੇ ਉਹ ਪੈੜਾਂ 'ਚ ਪੈਰ ਰੱਖੇ ਗਏ ਨਾ। ਜੇ ਉਦੋਂ ਬੜਾ ਸੱਜਰਾ ਕੇਸ ਸੀ, ਪੁਲਿਸ ਵਾਲਿਆਂ ਨੂੰ ਸਭ ਪਤਾ ਹੁੰਦਾ, ਜਿਹੜੇ ਖਰਾਂਟ ਥਾਣੇਦਾਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਕ੍ਰਾਈਮ ਕਿੱਥੋਂ ਹੋਇਆ ਤੇ ਇਹਦੀਆਂ ਸੂਹਾਂ ਕਿੱਧਰੋਂ ਲੈਣੀਆਂ ਨੇ। ਪਰ ਸਵਾਲ ਇਸ ਤੋਂ ਵੀ ਵੱਡਾ ਹੈ ਕਿ ਚਲੋ ਜੋ ਹੋ ਗਿਆ ਸੀ, ਬਾਅਦ ਦੇ ਵਿੱਚ ਫਿਰ ਬੇਅਦਬੀਆਂ ਜਿਹੜੀਆਂ ਉਹ ਤੋਂ ਪਹਿਲਾਂ ਜਿਹੜੇ ਮਾਫੀਆਂ ਹੋਈਆਂ, ਚਿੱਠੀਆਂ ਆਈਆਂ ਡੇਰੇ ਵੱਲੋਂ, ਅਕਾਲ ਤਖਤ ਤੋਂ ਹੁਕਮਨਾਮੇ ਆਏ, ਰੌਲੇ ਪਏ ਅਖੇ ਜੀ ਉਹ ਤਾਂ ਜਥੇਦਾਰ ਕੋਠੀਆਂ 'ਚ ਸੱਦੇ ਗਏ, ਸਾਨੂੰ ਨਹੀਂ ਪਤਾ ਅਜੇ ਪ੍ਰੂਫ ਨਹੀਂ ਹੋਏ, ਜੇ ਜਥੇਦਾਰਾਂ ਨੇ ਆਪਣੀ ਗੱਲ ਕਹਿਣੀ ਬਾਕੀ ਆ, ਉਹ ਤਤਕਾਲੀ ਜਥੇਦਾਰਾਂ ਨੇ। ਉਸ ਤੋਂ ਬਾਅਦ ਫਿਰ 17 'ਚ ਉਹਨਾਂ ਦੀ ਹਮਾਇਤ ਲਈ ਗਈ, ਕਈ ਕੁਝ ਹੋਇਆ, ਗਲਤੀਆਂ ਤੇ ਫਿਰ ਗਲਤੀਆਂ ਦਾ ਜਦੋਂ ਸਿਲਸਿਲਾ ਬਣਦਾ ਹੈ ਉਹ ਗੁਨਾਹ ਬਣ ਜਾਂਦੇ ਆ ਜਿਹੜੇ ਮੁੜ ਕੇ ਭੁਗਤਣੇ ਪੈਂਦੇ ਆ। ਪਰ ਇੱਕ ਚੀਜ਼ ਬਹੁਤ ਅਹਿਮ ਆ ਜੀ, ਮੈਨੂੰ ਉਹ ਦੱਸ ਕੇ ਜਾਇਓ ਕਿ ਨਵਜੋਤ ਸਿੰਘ ਸਿੱਧੂ ਘਿਰ ਗਏ ਆ, 2-3 MLA ਸਿੱਧੇ ਹੋ ਗਏ ਘਵਾੜਾ ਕੱਢ ਕੇ, ਪਾਰਟੀ ਲਾਈਨ ਤੇ ਰਹੋ, ਪਲੇਟਫਾਰਮ ਤੇ ਕੋ ਜਿਹੜੀ ਗੱਲ ਕਹਿਣੀ ਆ। ਹੁਣ ਜਿਹੜੇ ਕਹਿ ਰਹੇ ਆ ਉਹ ਕਿੱਡੇ ਕਦਾਵਰ ਨੇ, ਉਹਨਾਂ ਦੇ ਨਾਲ ਕਿੱਥੋਂ ਗੱਲਾਂ ਤਾਰਾਂ ਤੰਦਾਂ ਜੁੜਦੀਆਂ। ਤੇ ਕੀ ਹੁਣ ਨਵਜੋਤ ਸਿੰਘ ਸਿੱਧੂ ਲਈ ਵੀ ਫੈਸਲਾਕੁਨ ਦੌਰ ਆ ਗਿਆ ਕਿ ਭਾਈ ਜੇ ਪਾਰਟੀ ਉਦਾਂ ਹੀ ਪੌੜ ਚੁੱਕ ਕੇ ਸਾਰੀ ਲੀਡਰਸ਼ਿਪ ਉਹਨਾਂ ਦੇ ਮਗਰ ਪੈ ਗਈ? ਹਰੀਸ਼ ਚੌਧਰੀ ਇੱਥੇ ਹੀ ਫਿਰਦੇ ਨੇ ਜਿਨ੍ਹਾਂ ਤੇ ਕੈਪਟਨ ਕਹਿੰਦੇ ਆ ਜੀ ਇਹ ਪਹਿਲਾ ਇੰਚਾਰਜ ਆਇਆ ਜਿਹੜਾ ਇੱਥੇ ਪੱਕਾ ਡੇਰਾ ਲਾ ਕੇ ਬਹਿ ਗਿਆ, ਤੇ ਜਦੋਂ ਪੱਕਾ ਡੇਰਾ ਲੱਗਿਆ ਹੋਵੇ ਉਹਦੀ ਪਾਵਰ ਵੱਧ ਹੁੰਦੀ ਆ। ਕਿਤੇ ਇਸ਼ਾਰਾ ਤਾਂ ਨਹੀਂ ਹੋ ਰਿਹਾ ਫਲਾਣੇ ਤੋਂ, ਜਿੱਦਾਂ ਕੈਪਟਨ ਤੇ ਹਮਲੇ ਹੁੰਦੇ ਸੀ ਤੇ ਅਸੀਂ ਦੱਸਦੇ ਹੀ ਰਹੇ ਉਦੋਂ ਕਿ ਹਮਲਾ ਕਰਨ ਵਾਲੇ ਹਮਲਾਵਰ ਨਹੀਂ ਗਏ, ਹਮਲਾਵਰਾਂ ਦੇ ਪਿੱਛੇ ਰਣਨੀਤੀਕਾਰ ਨੇ। ਦਿੱਲੀ ਦੇ ਵਿੱਚੋਂ ਵੱਡੇ ਘਰੋਂ ਸੁਨੇਹੇ ਆਉਂਦੇ ਨੇ ਵੀ ਅੱਜ ਸਾਰੇ ਇਕੱਠੇ ਸਿੱਧੂ ਵੱਲ ਫਲਾਣੇ ਦੇ ਘਰ ਹੋ ਜਾਓ ਤੇ ਫਲਾਣੇ ਦੇ ਹੋ ਜਾਓ। ਕੈਪਟਨ ਇਕੱਲੇ ਨਹੀਂ ਸੀ ਪਾਤੇ ਗਏ ਸੀ, ਹੁਣ ਕੀ ਕਹਿੰਦੇ ਉਹ ਸਿੱਧੂ ਪਾਤੇ ਜਾਣਗੇ। ਬਿਲਕੁਲ ਤੁਹਾਡੀ ਗੱਲ ਠੀਕ ਆ। ਨਵਜੋਤ ਸਿੰਘ ਸਿੱਧੂ ਜਦੋਂ ਕਿਸੇ ਨੂੰ ਨਿਸ਼ਾਨੇ ਤੇ ਲੈਂਦੇ ਆ ਤੇ ਫਿਰ ਇਹਨਾਂ ਵੱਲ ਵੀ ਕਈ ਨਿਸ਼ਾਨੇ ਲੱਗਦੇ। ਕੈਪਟਨ ਅਮਰਿੰਦਰ ਸਿੰਘ ਹਰੀਸ਼ ਚੌਧਰੀ ਨੂੰ ਘੇਰ ਰਹੇ ਆ ਤੇ ਇੱਥੋਂ ਤੱਕ ਉਹਨਾਂ ਨੇ ਕਹਿਤਾ ਕਿ ਰਾਜਸਥਾਨ ਦੇ ਵਿੱਚ ਇਹਨਾਂ ਦੇ ਕਤਲ ਕੇਸ ਸੀਗਾ, ਉਹਨਾਂ ਤੇ ਦੋਸ਼ ਲੱਗੇ ਸੀ ਤੇ ਇਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਤਾ, ਇਸ ਕਰਕੇ ਭੱਜ ਕੇ ਪੰਜਾਬ ਆਏ ਆ। ਪਤਾ ਨਹੀਂ, ਖੈਰ ਇਸ ਗੱਲ ਦੀ ਸੱਚਾਈ ਕੈਪਟਨ ਸਾਹਿਬ ਨੂੰ ਜ਼ਿਆਦਾ ਪਤਾ ਹੋ ਸਕਦੀ ਹੈ। ਲੇਕਿਨ ਇੱਕ ਚੀਜ਼ ਤੁਸੀਂ ਦੇਖੋ ਰੰਧਾਵਾ ਜੀ, ਹਰ ਕੋਈ ਨੇਤਾ, ਹਰ ਕੋਈ ਕਾਂਗਰਸ ਦਾ MLA ਇੱਕ ਦੂਸਰੇ ਤੇ ਆਪਣੀ ਕੁਰਸੀ, ਆਪਣੀ ਟਿਕਟ ਬਚਾਉਣ ਲਈ ਇੱਕ ਦੂਸਰੇ ਤਮਾਮ ਤਰ੍ਹਾਂ ਦੇ ਗਰੁੱਪ। ਅੱਜ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਹਮਲਾ ਸੁਨੀਲ ਜਾਖੜ ਤੇ, ਉਹ ਵੀ ਪਤਾ ਆਪਾਂ ਨੂੰ। ਸੁਨੀਲ ਜਾਖੜ ਦਾ ਮੁੜ ਕੇ ਜਵਾਬ ਦੇਣਾ ਉਹ ਵੀ ਪਤਾ, ਸ਼ਾਇਰਾਨਾ ਅੰਦਾਜ਼ ਦੇ ਵਿੱਚ। ਕਹਿਣ ਦਾ ਮਤਲਬ ਵੀ ਜਿਵੇਂ ਕਿ ਹਰ ਕੋਈ ਆਪਣੀ ਤੂਤੀ ਵਜਾ ਰਿਹਾ, ਰਲ ਕੇ ਕਿਤੇ ਵੀ ਸਾਨੂੰ ਇਹ ਖੇਡ ਸਮਝ ਨਹੀਂ ਆਉਂਦੀ। ਔਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਜਿਹੜੇ ਹਮਲੇ ਉਹ ਕਰਦੇ ਆ, ਇਹਨਾਂ ਨੂੰ ਵੀ ਭੁਗਤਣੇ ਪੈਣੇ ਆ। ਔਰ ਕਈ MLA ਜਿਨ੍ਹਾਂ ਨੂੰ ਡਰ ਆ, ਜਦੋਂ ਕਹਿੰਦੇ 15 ਤੋਂ 20 MLA ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਜਾਂ ਹੋ ਸਕਦਾ ਜਿਨ੍ਹਾਂ ਦੀ ਪਰਫਾਰਮੈਂਸ ਚੰਗੀ ਨਹੀਂ ਆ ਉਹਨਾਂ ਨੂੰ ਟਿਕਟਾਂ ਨਾ ਮਿਲਣ, ਤੇ ਫਿਰ ਉਹ ਚੁੱਪ ਕਰਕੇ ਨਹੀਂ ਬਹਿਣਗੇ, ਫਿਰ ਉਹ ਬੋਲਣਗੇ, ਫਿਰ ਉਹ ਵੀ ਨਿਸ਼ਾਨੇ ਜਿਹੜੇ ਆ ਉਹ ਸਾਧਣਗੇ, ਨਿਸ਼ਾਨੇ ਲਾਉਣਗੇ। ਸੋ ਇਸ ਕਰਕੇ ਇਹ ਇਸ ਟਾਈਮ ਪੂਰੀ ਖਲਬਲੀ ਮੱਚੀ ਹੋਈ ਆ। ਕਿਸੇ ਤਰ੍ਹਾਂ ਇਹ ਕਾਂਗਰਸ ਜਿਹੜੀ ਆ ਉਹ ਚਾਹੁੰਦੀ ਆ ਕਿ ਅਸੀਂ ਇਕੱਠੇ ਹੋ ਕੇ ਬੈਠੀਏ, ਇਕਜੁੱਟਤਾ ਦਿਖਾਈਏ, ਲੇਕਿਨ ਉਹ ਬਣਦੀ ਨਹੀਂ। ਉਧਰ ਸੁਖਜਿੰਦਰ ਰੰਧਾਵਾ ਜਾਂਦੇ, ਉਹਨਾਂ ਦਾ ਵਿਰੋਧ ਹੋ ਜਾਂਦਾ। ਤੁਸੀਂ ਦੇਖੋ ਤਲਖੀ ਕਿੰਨੀ ਆ, ਤਲਖੀ ਕਿੰਨੀ ਆ ਕਿ ਕਹਿ ਦੇਣਾ ਕਿ ਕਰ ਲੋ ਜੋ ਮੇਰਾ ਕੁਝ ਕਰਨਾ। ਇਹਦਾ ਮਤਲਬ ਸਹਿਜ ਨਹੀਂ ਹੈ ਕੋਈ ਵੀ। ਇੱਕ ਤੁਸੀਂ ਜਦੋਂ ਗ੍ਰਹਿ ਵਿਭਾਗ ਸੰਭਾਲਦੇ ਹੋ, ਤੁਸੀਂ ਜ਼ਿੰਮੇਵਾਰੀਆਂ ਸੰਭਾਲਦੇ, ਤੁਸੀਂ ਪਹਿਲਾਂ ਵੀ ਸਹਿਕਾਰਤਾ ਮਹਿਕਮੇ ਦੇ ਮੰਤਰੀ ਹੋ, ਪਹਿਲੀ ਵਾਰੀ ਤਾਂ ਤੁਸੀਂ ਮੰਤਰੀ ਬਣੇ ਨਹੀਂ, ਲੇਕਿਨ ਕਿਤੇ ਨਾ ਕਿਤੇ ਲਗਾਤਾਰ ਤੁਸੀਂ ਬਹੁਤ ਜ਼ਿਆਦਾ ਭਾਰੀ ਟੈਨਸ਼ਨ ਚੋਂ, ਬਹੁਤ ਤਣਾਅ ਥੱਲੇ ਹੋ,
ਔਰ ਲੋਕਾਂ ਦੀ ਜਿਹੜੇ ਤੁਸੀਂ ਦੁੱਖ ਦਰਦਾਂ ਉਹਨਾਂ ਨੂੰ ਸਮਝ ਨਹੀਂ ਪਾ ਰਹੇ, ਇਸੇ ਕਰਕੇ ਤੁਸੀਂ ਕਹਿੰਦੇ ਹੋ ਕਰ ਲਾ ਜੋ ਕੁਝ ਕਰ ਲਾ, ਤੇ ਫਿਰ ਡੀਸੀ ਨੂੰ ਤਮਾਮ ਤਰ੍ਹਾਂ ਦੇ ਇੰਸਟਰਕਸ਼ਨਾਂ ਦਿੰਦੇ ਹੋ ਕਿ ਇਹਨਾਂ ਨੂੰ ਕੱਢ ਦਿਓ। ਇਸ ਤਰ੍ਹਾਂ ਨਹੀਂ ਪੰਜਾਬ ਦੇ ਲੋਕਾਂ ਨੇ ਸਮਝਣਾ। ਪੰਜਾਬ ਦੇ ਲੋਕ ਜਾਂ ਕੋਈ ਵੀ ਨਾਗਰਿਕ ਉਹ ਹਮੇਸ਼ਾ ਇਹ ਮੰਤਰੀਆਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ, ਖਾਸ ਤੌਰ ਤੇ ਗਿੱਦੜ ਧਮਕੀਆਂ ਦਿੰਦੇ ਨੇ, ਇਹਨਾਂ ਨੂੰ ਉਹ ਯਾਦ ਰੱਖਦੇ ਨੇ ਜੀ। ਦੇਖੋ, ਮੈਨੂੰ ਇਹ ਟਿੱਪਣੀ ਕਰਨੀ ਤਾਂ ਨਹੀਂ ਚਾਹੀਦੀ, ਚਲੋ ਜਾਂਦੇ ਜਾਂਦੇ ਕਰ ਚਲਦੇ ਆ। ਉੱਪਰ ਵਾਲੇ ਇਹਨਾਂ ਦੋਵਾਂ ਤਿੰਨਾਂ ਦੀ ਕਾਰਗੁਜ਼ਾਰੀ ਤੋਂ ਬਹੁਤੇ ਖੁਸ਼ ਨਹੀਂ। ਜਦੋਂ ਇਸ ਵਾਰੀ ਇਹ ਤਿੰਨੇ ਜਾਣੇ ਵੇਣੂਗੋਪਾਲ ਨੂੰ ਮਿਲਣ ਗਏ ਸੀ ਕਿ ਵੇਣੂਗੋਪਾਲ ਆ, ਤੁਸੀਂ ਲੱਭ ਲਿਓ, ਤੇ ਉਦੋਂ ਪਤਾ ਲੱਗਿਆ ਸੀਗਾ ਕਿ ਕੋਈ ਵੀ ਨਹੀਂ ਵੱਡੇ ਘਰੋਂ ਮਿਲਿਆ। ਫਿਰ ਇੱਕ ਹੋਰ ਖਬਰ ਆਈ ਸੀ ਕਿ ਮੁੱਖ ਮੰਤਰੀ ਸਾਹਿਬ ਨਾਲ ਵੀ ਇੰਨੇ ਉਹ ਖੁਸ਼ ਨਹੀਂ ਗਏ। ਕੋਸ਼ਿਸ਼ ਹੋਈ ਸੀ, ਮੁੱਖ ਮੰਤਰੀ ਸਾਹਿਬ ਪ੍ਰਿਅੰਕਾ ਗਾਂਧੀ ਨੂੰ ਮਿਲਣਾ ਚਾਹੁੰਦੇ ਸੀ ਤੇ ਤਬੀਅਤ ਨਾ ਠੀਕ ਹੋਣ ਕਰਕੇ ਵਾਪਸ ਉੱਥੋਂ ਆਉਣਾ ਪੈ ਗਿਆ। ਉੱਥੋਂ ਸੁਨੇਹਾ ਅੰਦਰੋਂ ਇਹ ਸੀਗਾ ਕਿ ਨਹੀਂ ਠੀਕ ਹੈਗੇ। ਖੈਰ, ਮੈਨੂੰ ਇੰਝ ਲੱਗਦਾ ਮਾਡਲ ਨਾ ਸਿੱਧੂ ਦਾ ਚੱਲਦਾ ਪਿਆ, ਨਾ ਚੰਨੀ ਮਾਡਲ ਚੱਲਦਾ ਪਿਆ। ਉੱਪਰ ਵਾਲੇ ਕਹਿੰਦੇ ਜੀ ਰੋਲ ਘਚੋਲਾ ਹੀ ਚੱਲਦਾ ਪਿਆ। ਅਜੇ ਕਿਸੇ ਨੂੰ ਮਿਲ ਕੇ ਫੋਟੋ ਖਿਚਾ ਕੇ ਫੈਸਲਾ ਜਿਹਾ ਨਾ ਉੱਥੇ ਭੇਜ ਦੋ, ਸੁਨੇਹਾ ਜਿਹਾ ਨਾ ਭੇਜ ਦੋ ਕਿ ਫਲਾਣਾ ਜ਼ਿਆਦਾ ਤਾਕਤਵਰ ਆ। ਅਜੇ ਤਾਕਤਾਂ ਪਰਖੀਆਂ ਜਾਣੀਆਂ ਨੇ, ਅਜੇ ਪਤਾ ਲੱਗਣਾ ਹੈ ਕਿ ਕੌਣ ਕਿੰਨੇ ਪਾਣੀ 'ਚ ਆ। ਕਈ ਵਾਰੀ ਇੰਝ ਵੀ ਹੁੰਦਾ ਕਿ ਦੋਵਾਂ ਦੀ ਲੜਾਈ 'ਚ ਤੀਜਾ ਚੌਥਾ ਵੀ ਬਾਜੀ ਮਾਰ ਜਾਂਦਾ। ਆ ਜਾਖੜ ਸਾਹਿਬ ਤੇ ਵੀ ਡੋਰੇ ਪਾਏ ਜਾ ਰਹੇ ਆ, ਤੇ ਮਨਪ੍ਰੀਤ ਬਾਦਲ ਵੀ ਉਹੀ ਦੂਨ ਸਕੂਲ ਓਲਡ ਬॉयਜ਼ ਸੁਸਾਇਟੀ ਦੇ ਨਜ਼ਰੀਓਂ ਰਾਹੁਲ ਗਾਂਧੀ ਦੇ ਨਾਲ ਖਿਚੜੀ ਪਕਾਈ ਜਾਂਦੇ। ਕੋਈ ਪਤਾ ਨਹੀਂ ਕਿਹਦਾ ਦਾ ਲੱਗਣਾ, ਪਰ ਦਾ ਤੇ ਤਾਂ ਲੱਗੂ ਜੇ ਸਰਕਾਰ ਬਣਾਓਗੇ। ਪਹਿਲਾਂ ਸਰਕਾਰ ਬਣਾਉਣ ਲਈ ਤੁਹਾਨੂੰ ਇਕੱਠੇ ਹੋਣਾ ਪੈਣਾ, ਪਰ ਤੁਸੀਂ ਤਾਂ ਲੱਤਾਂ ਫੜ ਕੇ ਖਲੋਤੇ ਹੋ। ਖੈਰ, ਪੰਜਾਬ ਬਹੁਤ ਖੁਸ਼ ਹੈ ਇਸ ਵੇਲੇ। ਪੰਜਾਬ ਦੇ ਲੋਕ ਕਹਿੰਦੇ ਆ ਵੀ ਆਹ ਪੜ੍ਹਨੇ ਪਾਏ ਸਾਰੇ ਸਿਆਸਤਦਾਨ, ਅਜੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੀ ਹੋਣ ਵਾਲਾ। ਪੰਜਾਬ ਦੀ ਰਾਜਨੀਤੀ ਇੰਨੀ ਖੁੱਲੀ ਕਦੇ ਵੀ ਨਹੀਂ ਇਹਨਾਂ ਦਿਨਾਂ 'ਚ ਦੇਖੀ। ਖੈਰ, ਦੇਖੀ ਚਲੋ, ਨਜ਼ਾਰੇ ਲੋ, ਕੋਸੀ ਧੁੱਪ ਆ, ਕਿਉਂਕਿ ਨਿੱਘੀ ਠੰਡ ਆ। ਠੰਡ ਵੀ ਤਿੱਖੀ ਨਹੀਂ ਗੀ। ਜਿੰਨੇ ਦਿਨ ਮੀਂਹ ਨਹੀਂ ਪੈਂਦਾ ਨਜ਼ਾਰੇ ਲਈ ਜਾਓ ਤੇ ਬੋਲੇ ਲੁੱਟੀ ਜਾਓ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।